ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੇਟੇ, ਅੱਜ ਜੋ ਲੈਸਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਉਹ ਮੇਰੇ BA ਭਾਗ 1 ਵਿੱਚ ਪੜ੍ਹਦੇ ਸਟੂਡੈਂਟਸ ਦੇ ਲਈ ਹੈ। ਇਹ ਲੈਕਚਰ ਬੇਟੇ ਮੈਂ ਤੁਹਾਨੂੰ ਕਾਫੀ ਹੱਦ ਤੱਕ ਤੁਹਾਡੀ ਸਭ ਦੀ ਡਿਮਾਂਡ ਤੇ, ਕਿਉਂਕਿ ਬਹੁਤ ਬੱਚਿਆਂ ਦੇ ਮੈਨੂੰ ਫੋਨ ਆ ਚੁੱਕੇ ਸੀ, ਮੇਰਾ ਵੀ ਬਿਜ਼ੀ ਸ਼ੈਡਿਊਲ ਚੱਲ ਰਿਹਾ ਅੱਜ ਕੱਲ੍ਹ ਕਾਫੀ, ਪਰ ਫਿਰ ਵੀ ਕਾਫੀ ਬੱਚਿਆਂ ਨੂੰ ਲੱਗਿਆ ਕਿ ਇਹ ਲੈਕਚਰ ਸਾਨੂੰ ਮੁਸ਼ਕਿਲ ਲੱਗ ਰਿਹਾ ਹੈ। ਇਸ ਕਰਕੇ ਬੱਚਿਆਂ ਦੀ ਡਿਮਾਂਡ ਤੇ ਬੱਚੇ ਲੈਕਚਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਤੁਹਾਡਾ ਅੱਜ ਦਾ ਲੈਕਚਰ ਹੈ ਬੇਟੇ ਪ੍ਰਭੂ ਸੱਤਾ ਦਾ ਬਹੁਵਾਦੀ ਸਿਧਾਂਤ। ਠੀਕ ਹੈ ਜੀ, ਪਲੂਰਲਿਸਟਿਕ ਥਿਊਰੀ ਆਫ ਸੋਵਰੇਨਿਟੀ। ਪ੍ਰਭੂ ਸੱਤਾ ਦਾ ਬਹੁਵਾਦੀ ਸਿਧਾਂਤ, ਪਲੂਰਲਿਸਟਿਕ ਥਿਊਰੀ ਆਫ ਸੋਵਰੇਨਿਟੀ। ਬੱਚੇ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕੀ ਦੱਸਣਾ ਚਾਹਾਂਗੀ ਕਿ ਸੋਵਰੇਨਿਟੀ ਕੀ ਹੁੰਦੀ ਹੈ। ਦੇਖੋ, ਤੁਸੀਂ +1 ਤੋਂ ਪੋਲੀਟੀਕਲ ਸਾਇੰਸ ਪੜ੍ਹੀ ਹੈ। ਸੋਵਰੇਨਿਟੀ ਪ੍ਰਭੂ ਸੱਤਾ ਕੀ ਹੁੰਦੀ ਹੈ? ਪ੍ਰਭੂ ਸੱਤਾ ਇੱਕ ਐਸੀ ਸ਼ਕਤੀ ਹੈ ਜਿਹੜੀ ਕਿ ਰਾਜ ਦੀ ਖਾਸੀਅਤ ਹੈ, ਜਿਹੜੀ ਕਿ ਰਾਜ ਕੋਲ ਹੈ। ਪ੍ਰਭੂ ਸੱਤਾ ਇੱਕ ਐਸੀ ਸ਼ਕਤੀ ਹੈ ਜਿਹਦੇ ਕਰਕੇ ਰਾਜ ਦੂਜੀਆਂ ਸੰਸਥਾਵਾਂ ਤੋਂ ਉੱਪਰ ਹੈ। ਪ੍ਰਭੂ ਸੱਤਾ ਰਾਜ ਦੀ ਉਹ ਸ਼ਕਤੀ ਹੈ ਜਿਹਦੇ ਕਰਕੇ ਰਾਜ ਕਾਨੂੰਨ ਬਣਾਉਂਦਾ ਹੈ ਅਤੇ ਉਹ ਕਾਨੂੰਨ ਸਾਰਿਆਂ ਨੂੰ ਮੰਨਣੇ ਪੈਂਦੇ ਹਨ। ਪ੍ਰਭੂ ਸੱਤਾ ਦੀ ਸ਼ਕਤੀ ਦੇ ਕਾਰਨ ਹੀ ਜੇਕਰ ਕੋਈ ਰਾਜ ਦੇ ਕਾਨੂੰਨਾਂ ਨੂੰ ਨਹੀਂ ਮੰਨਦਾ ਤਾਂ ਰਾਜ ਕੋਲ ਇਹ ਅਧਿਕਾਰ ਹੈ ਕਿ ਰਾਜ ਉਸ ਨੂੰ ਦੰਡ ਦੇ ਸਕਦਾ ਹੈ। ਜੇ ਤੁਸੀਂ ਆਪਣੀ +1 ਦੇ ਉੱਤੇ ਨਜ਼ਰ ਮਾਰੋ ਤਾਂ +1 ਦੇ ਵਿੱਚ ਬੱਚੇ ਤੁਹਾਡੇ ਕੋਲ 2 ਚੀਜ਼ਾਂ ਸੀਗੀਆਂ। ਪ੍ਰਭੂ ਸੱਤਾ ਜਦੋਂ ਅਸੀਂ ਕੀਤੀ ਤਾਂ ਪ੍ਰਭੂ ਸੱਤਾ ਦਾ ਮਤਲਬ ਸੀ ਅੰਦਰੂਨੀ ਪ੍ਰਭੂ ਸੱਤਾ ਅਤੇ ਬਾਹਰੀ ਪ੍ਰਭੂ ਸੱਤਾ। ਔਰ ਯਾਦ ਕਰੋ, ਅੰਦਰੂਨੀ ਪ੍ਰਭੂ ਸੱਤਾ ਦਾ ਮਤਲਬ ਸੀਗਾ ਕਿ ਰਾਜ ਦੇ ਨਾਗਰਿਕਾਂ ਦੇ ਉੱਤੇ ਰਾਜ ਦੀ ਸ਼ਕਤੀ ਪੂਰੀ ਤਰ੍ਹਾਂ ਚੱਲੇਗੀ। ਰਾਜ ਦੇ ਕਾਨੂੰਨ ਨਾਗਰਿਕਾਂ ਲਈ ਮੰਨਣੇ ਜ਼ਰੂਰੀ ਹਨ। ਉਸ ਦੇਸ਼ ਵਿੱਚ ਵਸਦੇ ਸਾਰੇ ਨਾਗਰਿਕ ਉਸ ਰਾਜ ਦੀ ਪ੍ਰਭੂ ਸੱਤਾ ਦੇ ਅਧੀਨ ਹਨ, ਸ਼ਕਤੀ ਦੇ ਅਧੀਨ ਹਨ, ਅਤੇ ਇਹ ਪ੍ਰਭੂ ਸੱਤਾ ਦੀ ਸ਼ਕਤੀ ਰਾਜ ਕੋਲ ਹੈ, ਜਿਹਦੇ ਕਰਕੇ ਰਾਜ ਸ੍ਰੇਸ਼ਟ ਹੈ ਅਤੇ ਰਾਜ ਦੀਆਂ ਬਾਕੀ ਸੰਸਥਾਵਾਂ ਰਾਜ ਤੋਂ ਅਧੀਨ ਹੋ ਕੇ, ਹੇਠਾਂ ਹੋ ਕੇ ਕੰਮ ਕਰਦੀਆਂ ਹਨ। ਦੂਸਰੀ ਤੁਸੀਂ ਕੀਤੀ ਸੀ ਬਾਹਰੀ ਪ੍ਰਭੂ ਸੱਤਾ। ਤੁਹਾਨੂੰ ਯਾਦ ਹੋਏਗੀ, ਬਾਹਰੀ ਪ੍ਰਭੂ ਸੱਤਾ ਦਾ ਮਤਲਬ ਹੈ ਕਿ ਜੇ ਕੋਈ ਰਾਜ ਆਜ਼ਾਦ ਹੈ, ਠੀਕ ਹੈ, ਪ੍ਰਭੂ ਸੱਤਾ ਹੈ, ਉਸ ਰਾਜ ਕੋਲ ਸ਼ਕਤੀ ਹੈ, ਤਾਂ ਉਦੋਂ ਤੱਕ ਉਹ ਸ਼ਕਤੀ ਨਹੀਂ ਹੋਏਗੀ ਜਦੋਂ ਤੱਕ ਉਹ ਆਪਣੇ ਬਾਹਰੀ ਕੰਮਾਂ ਦੇ ਵਿੱਚ ਵੀ ਸੁਤੰਤਰ ਨਹੀਂ ਹੋਏਗਾ। ਅਸੀਂ ਐਗਜ਼ਾਮਪਲ ਵੀ ਦਿੱਤੀ ਸੀ, ਤੁਹਾਨੂੰ ਯਾਦ ਹੋਏਗਾ ਕਿ 1947 ਤੋਂ ਪਹਿਲਾਂ ਜੋ ਰਾਜ ਸੀ ਉਹ ਰਾਜ ਹੁੰਦੇ ਹੋਏ ਵੀ ਅਸੀਂ ਭਾਰਤ ਨੂੰ ਰਾਜ ਨਹੀਂ ਕਹਿ ਸਕਦੇ ਸੀ। ਕਾਰਨ ਕੀ ਸੀਗਾ ਕਿ ਭਾਰਤ ਕੋਲ ਜਨਸੰਖਿਆ ਸੀ, ਸਰਕਾਰ ਸੀ, ਲੋਕ ਸੀ, ਨਿਸ਼ਚਿਤ ਇਲਾਕਾ ਸੀ, ਸਾਰਾ ਕੁਝ ਸੀ, ਪਰ ਸਾਡੀ ਜੋ ਸਰਕਾਰ ਸੀ ਉਹ ਸੁਤੰਤਰ ਨਹੀਂ ਸੀ। ਉਹ ਜੋ ਸਾਡੇ ਨੁਮਾਇੰਦੇ ਸੀ ਉਹ ਆਪਣੇ ਫੈਸਲੇ ਲੈਣ ਲਈ ਸੁਤੰਤਰ ਨਹੀਂ ਸੀ। ਅਸੀਂ ਅੰਗਰੇਜ਼ਾਂ ਦੇ ਅਧੀਨ ਸੀ। ਯਾਦ ਆ ਗਿਆ? ਸੋ ਉਹ ਪ੍ਰਭੂ ਸੱਤਾ, ਉਸ ਪ੍ਰਭੂ ਸੱਤਾ ਦੀ ਗੱਲ ਕਰ ਰਹੇ ਹਾਂ। ਹੁਣ ਤੁਹਾਡੇ ਪੋਲੀਟੀਕਲ ਸਾਇੰਸ ਵਿੱਚ ਸਾਡੇ ਕੋਲ 2 ਥਿਊਰੀਜ਼ ਨੇ। ਇੱਕ ਤਾਂ ਇਹ ਮੰਨਦੇ ਨੇ, ਇੱਕ ਮੈਂ ਤੁਹਾਨੂੰ ਥੋੜ੍ਹਾ ਜਿਹਾ ਬੁੱਕਸ ਵਿੱਚ ਸ਼ਾਇਦ ਤੁਸੀਂ ਕਨਫਿਊਜ਼ ਹੋ ਜਾਂਦੇ ਹੋ। ਆਪਾਂ ਇੱਕ ਬੜੀ ਛੋਟੀ ਜਿਹੀ ਇੱਕ ਗੱਲ ਕਰਦੇ ਹੁੰਦੇ ਸੀ, ਸਿੰਗੂਲਰ ਪਲੂਰਲ, ਇੱਕ ਵਚਨ ਬਹੁਵਚਨ। ਸਿੰਗੂਲਰ ਮੈਨੇ ਇੱਕ ਕੋਲ, ਸਿੰਗਲ ਤੋਂ ਸਿੰਗੂਲਰ। ਪਲੂਰਲ ਮੈਨੇ ਜਦੋਂ ਕਈਆਂ ਕੋਲ ਹੋਵੇ, ਇੱਕ ਚੀਜ਼ ਜਿਹੜੀ ਕਈਆਂ ਕੋਲ ਹੋਵੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਰਾਜ ਦੀ ਬਹੁਵਾਦੀ ਪ੍ਰਭੂ ਸੱਤਾ ਦੇ ਸਿਧਾਂਤ ਦੀ, ਤਾਂ ਬਹੁਵਾਦੀ ਦਾ ਮਤਲਬ ਹੈ ਕਿ ਰਾਜ ਤੋਂ ਇਲਾਵਾ ਜਾਂ ਰਾਜ ਦੀ ਇਹ ਸ਼ਕਤੀ ਇਕੱਲੀ ਰਾਜ ਕੋਲ ਹੀ ਨਹੀਂ ਹੋਣੀ ਚਾਹੀਦੀ, ਬਲਕਿ ਇਹ ਬਾਕੀ ਸੰਸਥਾਵਾਂ ਦੇ ਨਾਲ ਵੰਡੀ ਹੋਈ ਹੋਰਾਂ ਕੋਲ ਵੀ ਹੋ ਸਕਦੀ ਹੈ। ਹੁਣ ਪੋਲੀਟੀਕਲ ਸਾਇੰਸ ਦੇ ਵਿੱਚ ਇਹਦੇ ਸੰਬੰਧੀ 2 ਵਿਚਾਰ ਨੇ। ਕੁਝ ਵਿਦਵਾਨ ਇਹ ਕਹਿੰਦੇ ਨੇ ਕਿ ਰਾਜ ਦੀ ਮੋਨੋਪੋਲੀ ਹੈ, ਏਕਾਧਿਕਾਰ ਹੈ। ਪ੍ਰਭੂ ਸੱਤਾ ਕੇਵਲ ਰਾਜ ਦਾ ਅਧਿਕਾਰ ਹੈ। ਰਾਜ ਹੀ ਪ੍ਰਭੂ ਸੱਤਾ ਦੀ ਵਰਤੋਂ ਕਰ ਸਕਦਾ ਹੈ। ਕੋਈ ਵੀ ਹੋਰ ਸੰਸਥਾ ਰਾਜ ਤੋਂ ਉੱਪਰ ਨਹੀਂ ਹੈ। ਰਾਜ ਸਭ ਤੋਂ ਸ੍ਰੇਸ਼ਟ ਸੰਸਥਾ ਹੈ। ਰਾਜ ਦੇ ਅਧੀਨ ਬਾਕੀ ਸੰਘ, ਸਮੁਦਾਇ, ਜਿੰਨੀਆਂ ਵੀ ਸੰਸਥਾਵਾਂ ਹਨ ਉਹ ਰਾਜ ਦੇ ਅਧੀਨ ਕੰਮ ਕਰਦੀਆਂ ਹਨ। ਭਾਵ ਰਾਜ ਦਾ ਪ੍ਰਭੂ ਸੱਤਾ ਦੇ ਉੱਤੇ, ਸ਼ਕਤੀ ਦੇ ਉੱਤੇ ਏਕਾਧਿਕਾਰ ਹੈ, ਮੋਨੋਪੋਲੀ ਹੈ। ਮੋਨੋਪੋਲੀ ਮੈਨੇ ਏਕਾਧਿਕਾਰ, ਮੈਨੇ ਇੱਕ ਬੰਦੇ ਦਾ, ਇੱਕ ਰਾਜ ਦਾ ਇਕੱਲੇ ਦਾ ਅਧਿਕਾਰ ਹੈ। ਉਸ ਦੇ ਉਲਟ ਇਸ ਵਿਚਾਰਧਾਰਾ ਨੇ ਜਨਮ ਲਿਆ। ਇਹ ਵਿਚਾਰਧਾਰਾ ਵਾਲੇ ਇਸ ਗੱਲ ਨੂੰ ਮੰਨਦੇ ਹਨ ਕਿ ਰਾਜ ਇੱਕ ਉੱਚੀ ਸੰਸਥਾ ਹੈ। ਇਹ ਵੀ ਮੰਨਦੇ ਹਨ ਕਿ ਰਾਜ ਕੋਲ ਪ੍ਰਭੂ ਸੱਤਾ ਹੈ। ਇਹ ਵੀ ਮੰਨਦੇ ਹਨ ਕਿ ਰਾਜ ਦਾ ਹੋਣਾ ਲੋਕਾਂ ਲਈ ਬਹੁਤ ਜ਼ਰੂਰੀ ਹੈ। ਇਹ ਰਾਜ ਦੇ ਖਿਲਾਫ ਨਹੀਂ ਹੈ।
ਬਟ ਇਹ ਮੰਨਦੇ ਹਨ ਕਿ ਇਕੱਲਾ ਰਾਜ ਹੀ ਨਹੀਂ ਬਲਕਿ ਰਾਜ ਦੇ ਅਧੀਨ ਜਿਹੜੀਆਂ ਹੋਰ ਸੰਸਥਾਵਾਂ ਸਮੁਦਾਇ ਵੀ ਕੰਮ ਕਰਦੇ ਹਨ, ਜਿਹੜੀ ਪ੍ਰਭੂ ਸੱਤਾ ਹੈ ਉਹ ਉਹਨਾਂ ਵਿੱਚ ਵੀ ਕਾਫੀ ਹੱਦ ਤੱਕ ਵੰਡੀ ਹੋਈ ਹੈ। ਰਾਜ ਦਾ ਇਕੱਲੇ ਦਾ ਪ੍ਰਭੂ ਸੱਤਾ ਦੇ ਉੱਤੇ ਏਕਾਧਿਕਾਰ ਨਹੀਂ ਹੈ। ਇਸੇ ਕਰਕੇ ਇਸ ਸਿਧਾਂਤ ਦਾ ਨਾਮ ਹੈ ਪ੍ਰਭੂ ਸੱਤਾ ਦਾ ਬਹੁਵਾਦੀ ਸਿਧਾਂਤ। ਬਹੁਵਾਦੀ ਮੈਨੇ ਇਹ ਪ੍ਰਭੂ ਸੱਤਾ, ਇਹ ਸ਼ਕਤੀ ਕਿਸੇ ਇੱਕ ਕੋਲ ਨਹੀਂ ਹੈ, ਇਕੱਲੇ ਰਾਜ ਕੋਲ ਨਹੀਂ ਹੈ, ਬਲਕਿ ਇਹ ਵੰਡੀ ਹੋਈ ਹੈ। ਹੁਣ ਮੈਂ ਤੁਹਾਡੀ ਬੁੱਕ ਦੇ ਨਾਲ ਰਿਲੇਟਡ ਕਰਕੇ ਤੁਹਾਨੂੰ ਕੁਝ ਸਮਝਾ ਰਹੀ ਹਾਂ। ਦੇਖੋ ਜੀ, ਪਹਿਲਾਂ ਤਾਂ ਤੁਹਾਡੀ ਬੁੱਕ ਦੇ ਵਿੱਚ ਬੱਚੇ ਇਹੀ ਸਾਰਾ ਹੈ। ਮੇਰੇ ਕੋਲ JS ਵਡਿਆਲ ਜੀ ਦੀ ਬੁੱਕ ਮੇਰੇ ਕੋਲ ਹੈਗੀ ਹੈ, ਮੇਰੇ ਗੁਰੂ ਨੇ, ਮੈਂ ਉਹਨਾਂ ਦਾ ਬਹੁਤ ਰਿਗਾਰਡ ਕਰਦੀ ਹਾਂ। ਬੱਚੇ, JS ਵਡਿਆਲ ਜੀ ਦੀ ਬੁੱਕ ਕਾਫੀ ਹੱਦ ਤੱਕ ਜੇ ਤੁਸੀਂ ਧਿਆਨ ਨਾਲ ਪੜ੍ਹੋ ਤਾਂ ਬਹੁਤ ਸਿੰਪਲ ਲੈਂਗੁਏਜ ਹੁੰਦੀ ਹੈ ਅਤੇ ਆਈ ਐਮ ਰੀਅਲੀ ਫੈਨ ਆਫ ਹਿਮ, ਅਤੇ ਬਹੁਤ ਸੌਖਾ ਲਿਖਿਆ ਹੁੰਦਾ। ਫਿਰ ਵੀ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਦੱਸਿਆ ਕਿ ਰਾਜ ਦਾ ਏਕਾਧਿਕਾਰ ਯਾਦ ਰੱਖਣਾ ਵੀ ਜਦੋਂ ਜਿਹੜੇ ਵਿਚਾਰਕ ਇਹ ਮੰਨਦੇ ਹਨ ਕਿ ਰਾਜ ਇਕੱਲੇ ਦਾ ਹੀ ਪ੍ਰਭੂ ਸੱਤਾ ਦੇ ਉੱਤੇ ਅਧਿਕਾਰ ਹੈ, ਦੈਟ ਇਜ਼ ਕਾਲਡ ਰਾਜ ਦਾ ਏਕਾਧਿਕਾਰ। ਜਿਹੜੀ ਅਸੀਂ ਥਿਊਰੀ ਅੱਜ ਕਰ ਰਹੇ ਹਾਂ ਰਾਜ ਦੀ ਬਹੁਵਾਦੀ ਵਾਲੀ, ਉਹ ਕੀ ਹੈ? ਇਸ ਤੋਂ ਉਲਟ ਹੈ। ਠੀਕ ਹੈ ਜੀ। ਕਹਿੰਦੇ ਕਿ ਰਾਜ ਦੀ ਏਕਾਧਿਕਾਰ ਦੀ ਧਾਰਨਾ ਦੇ ਵਿਰੁੱਧ ਪ੍ਰਕਿਰਿਆ ਹੈ, ਮਤਲਬ ਉਸ ਤੋਂ ਉਲਟ ਹੈ। ਠੀਕ ਹੈ। ਪ੍ਰਭੂ ਸੱਤਾ ਦੇ ਉੱਤੇ ਇਹ ਰਾਜ ਨੂੰ ਨਿਰੰਕੁਸ਼ ਨਹੀਂ ਮੰਨਦੇ। ਇਹ ਨਹੀਂ ਮੰਨਦੇ ਕਿ ਇਕੱਲਾ ਰਾਜ ਕੋਲ ਹੀ ਪ੍ਰਭੂ ਸੱਤਾ ਦਾ ਅਧਿਕਾਰ ਹੈ, ਬਲਕਿ ਬਹੁਵਾਦੀ ਵਿਚਾਰ ਵਾਲੇ ਇਹ ਮੰਨਦੇ ਹਨ ਕਿ ਰਾਜ ਦੇ ਇਲਾਵਾ ਬਾਕੀ ਸੰਸਥਾਵਾਂ ਕੋਲ, ਸਮੁਦਾਵਾਂ ਕੋਲ, ਸੰਘਾਂ ਕੋਲ ਜੋ ਰਾਜ ਦੇ ਅੰਡਰ ਹਨ ਜਾਂ ਰਾਜ ਦੇ ਨਾਲ ਦੇ ਹਨ, ਉਹਨਾਂ ਕੋਲ ਵੀ ਕਾਫੀ ਹੱਦ ਤੱਕ ਸ਼ਕਤੀ ਹੈ, ਪ੍ਰਭੂ ਸੱਤਾ ਹੈ। ਠੀਕ ਹੈ ਜੀ। ਇਹਨਾਂ ਨੇ ਦੇਖੋ ਬਹੁਤ ਸੋਹਣਾ ਲਿਖਿਆ ਹੈ। ਉਹਨਾਂ ਦਾ ਵਿਚਾਰ ਹੈ ਕਿ ਰਾਜ ਵਿੱਚ ਅਨੇਕਾਂ ਹੀ ਸੰਘ ਹੁੰਦੇ ਹਨ ਅਤੇ ਇਹ ਸਾਰੇ ਸੰਘ ਵਿਅਕਤੀ ਦੇ ਵਿਕਾਸ ਵਿੱਚ ਹਿੱਸਾ ਪਾਉਂਦੇ ਹਨ। ਠੀਕ ਹੈ। ਵਿਅਕਤੀ ਵੀ ਇਹਨਾਂ ਸੰਘਾਂ ਪ੍ਰਤੀ ਵਫਾਦਾਰ ਹੁੰਦਾ। ਹੁਣ ਆਪਾਂ ਤੇ ਤੁਸੀਂ ਦੇਖੋ, ਅਸੀਂ ਇਕੱਲੇ ਰਾਜ ਪ੍ਰਤੀ ਵਫਾਦਾਰ ਨਹੀਂ ਹੈ। ਜਿਹੜੀ ਸਾਡੀ ਧਾਰਮਿਕ ਸੰਸਥਾਵਾਂ ਅਸੀਂ ਉਹਦੇ ਪ੍ਰਤੀ ਵੀ ਵਫਾਦਾਰ ਹੈ, ਜਿਹੜੀ ਸਾਡੀ ਵਿਦਿਅਕ ਸੰਸਥਾਵਾਂ ਅਸੀਂ ਉਹਦੇ ਪ੍ਰਤੀ ਵੀ ਵਫਾਦਾਰ ਹੈ। ਅਸੀਂ ਇਕੱਲੇ ਰਾਜ ਦੀ, ਔਰ ਤੁਸੀਂ ਬੜੀ ਵਾਰੀ ਇੰਡੀਆ ਵਿੱਚ ਨੋਟ ਕਰੋਗੇ, ਲੋਕ ਸਰਕਾਰ ਦੀ ਗੱਲ, ਰਾਜ ਦੀ ਗੱਲ ਮੰਨਣ ਨਾ ਮੰਨਣ, ਆਪਣੇ ਧਾਰਮਿਕ ਨੁਮਾਇੰਦਿਆਂ ਦੀ ਗੱਲ, ਆਪਣੇ ਜੋ ਉਹਨਾਂ ਦੇ ਗਰੁੱਪ ਨੇ, ਮੰਨ ਲਓ ਕੋਈ ਕਿਸਾਨਾਂ ਦਾ ਗਰੁੱਪ ਹੈ, ਅਧਿਆਪਕਾਂ ਦਾ ਕੋਈ ਗਰੁੱਪ ਹੈ, ਔਰਤਾਂ ਦਾ ਕੋਈ ਗਰੁੱਪ ਹੈ, ਜੇ ਉਹਨਾਂ ਦੇ ਕੋਈ ਹਿੱਤ ਸਮੂਹ ਨੇ, ਉਹਨਾਂ ਦੇ ਕੋਈ ਗਰੁੱਪ ਨੇ, ਜਾਂ ਅਸੀਂ ਕਹਿ ਸਕਦੇ ਹਾਂ ਸਾਡੇ ਮੰਨ ਲਓ ਸਿੱਖ ਧਰਮ ਨੂੰ ਜਥੇਦਾਰ ਸਾਹਿਬ ਵੱਲੋਂ, ਅਕਾਲ ਤਖਤ ਸਾਹਿਬ ਵੱਲੋਂ ਕੋਈ ਆਰਡਰ ਆ ਜੇ, ਠੀਕ ਹੈ, ਜਾਂ ਮੁਸਲਿਮ ਕਮਿਊਨਿਟੀ ਨੂੰ ਆਪਣੇ ਉੱਚ ਜੋ ਅਹੁਦੇਦਾਰ ਨੇ ਉਹਨਾਂ ਵੱਲੋਂ ਕੋਈ ਹੁਕਮ ਆ ਜੇ। ਇਸੇ ਤਰੀਕੇ ਨਾਲ ਹਿੰਦੂ ਕਮਿਊਨਿਟੀ ਨੂੰ ਆਪਣੇ ਉੱਚ ਧਾਰਮਿਕ ਨੇਤਾਵਾਂ ਵੱਲੋਂ ਕੋਈ ਆਰਡਰ ਆ ਜੇ, ਤਾਂ ਦੇਖੋ ਉਸ ਆਰਡਰ ਨੂੰ, ਮੈਨੂੰ ਲੱਗਦਾ ਹੈ ਕਿ ਉਸ ਆਰਡਰ ਨੂੰ ਉਹ ਰਾਜ ਦੀਆਂ ਗੱਲਾਂ ਤੋਂ ਵੀ ਜ਼ਿਆਦਾ ਸੀਰੀਅਸਲੀ ਮੰਨਦੇ ਆ। ਠੀਕ ਹੈ। ਇਟ ਮੀਨਸ ਬਹੁਵਾਦੀ ਵਿਚਾਰ ਵਾਲੇ ਇਹ ਕਹਿੰਦੇ ਕਿ ਇਕੱਲਾ ਰਾਜ ਦਾ ਹੀ ਅਧਿਕਾਰ ਨਹੀਂ ਹੈ, ਬਲਕਿ ਰਾਜ ਦੇ ਅੰਡਰ ਜਿਹੜੇ ਹੋਰ ਸੰਘ ਕੰਮ ਕਰਦੇ ਹਨ ਉਹਨਾਂ ਕੋਲ ਵੀ ਸ਼ਕਤੀ ਹੈ, ਕਿਉਂਕਿ ਉਹ ਸਾਰੇ ਵੀ ਵਿਅਕਤੀ ਦੇ ਵਿਕਾਸ ਵਿੱਚ ਭਾਗ ਲੈਂਦੇ ਹਨ ਅਤੇ ਵਿਅਕਤੀ ਉਹਨਾਂ ਦੀਆਂ ਗੱਲਾਂ ਵੀ ਮੰਨਦੇ ਹਨ। ਠੀਕ ਹੈ ਜੀ। ਇੱਕ ਲਾਸਕੀ ਜੀ ਨੇ ਬਹੁਤ ਸੋਹਣੀ ਤਰ੍ਹਾਂ ਕਿਹਾ ਹੈ, ਕਹਿੰਦੇ ਕਈ ਤਰ੍ਹਾਂ ਦੇ ਸੰਘਾਂ ਵਿੱਚੋਂ ਰਾਜ ਵੀ ਇੱਕ ਸੰਘ ਹੈ। ਉਹਨਾਂ ਦੇ ਮੁਕਾਬਲੇ ਉਹ ਵਿਅਕਤੀ ਦੀ ਭਗਤੀ ਵਿੱਚ ਸਭ ਤੋਂ ਉੱਚੀ ਮੰਗ ਨਹੀਂ ਕਰ ਸਕਦਾ। ਲਾਸਕੀ ਜੀ ਕਹਿੰਦੇ ਕੱਲਾ ਰਾਜ ਹੀ ਨਹੀਂ ਕਹਿ ਸਕਦਾ ਕਿ ਲੋਕ ਮੇਰੇ ਪ੍ਰਤੀ ਵਫਾਦਾਰ ਹੋਣ, ਲੋਕ ਹੋਰ ਸੰਘਾਂ ਪ੍ਰਤੀ ਵੀ ਵਫਾਦਾਰ ਹੋ ਸਕਦੇ ਹਨ। ਅੱਗੇ ਜਾ ਕੇ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ, ਕਹਿੰਦੇ ਪ੍ਰਭੂ ਸੱਤਾ ਰਾਜ ਅਤੇ ਸੰਘਾਂ ਵਿੱਚ ਵੰਡੀ ਹੋਣੀ ਚਾਹੀਦੀ ਹੈ। ਹੁਣ ਦੋ ਗੱਲਾਂ ਨੇ, ਪ੍ਰਭੂ ਸੱਤਾ ਮੈਨੇ ਸ਼ਕਤੀ। ਬੇਟੇ ਇੱਕ ਗੱਲ ਯਾਦ ਰੱਖਿਓ, ਕਈ ਮੰਨਦੇ ਹਨ ਕਿ ਸ਼ਕਤੀ ਇੱਕੋ ਕੋਲ ਹੋਵੇ, ਕਈ ਮੰਨਦੇ ਹਨ ਸ਼ਕਤੀ ਵੰਡੀ ਹੋਈ ਹੋਵੇ। ਇਸ ਚੀਜ਼ ਨੂੰ, ਮੇਰੇ ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਜਦੋਂ ਸ਼ਕਤੀ ਕਿਸੇ ਇੱਕ ਵਿਅਕਤੀ ਕੋਲ, ਇੱਕ ਸੰਸਥਾ ਕੋਲ ਹੋਏਗੀ ਤਾਂ ਉਹਦਾ ਹੀ ਹੱਕ ਹੋਏਗਾ, ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਹੋਏਗਾ, ਤਾਂ ਇਟ ਇਜ਼ ਪੋਸੀਬਲ ਕਿ ਉਹ ਆਪਣੀ ਸ਼ਕਤੀ ਦੀ ਦੁਰਵਰਤੋਂ ਕਰੇਗਾ। ਇਟ ਇਜ਼ ਪੋਸੀਬਲ ਕਿ ਉਹ ਮਨਮਰਜ਼ੀ ਕਰੇਗਾ। ਇਟ ਇਜ਼ ਪੋਸੀਬਲ ਕਿ ਉਹ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਕਾਬੂ ਕਰਨ ਦੀ ਕੋਸ਼ਿਸ਼ ਕਰੇਗਾ। ਬਟ ਉਹੀ ਸ਼ਕਤੀ ਜੇ ਵੰਡ ਦਿੱਤੀ ਜਾਵੇ ਤਾਂ ਵਿਕੇਂਦਰੀਕਰਨ, ਇਹਨੂੰ ਕਹਿੰਦੇ ਸ਼ਕਤੀਆਂ ਦਾ ਵਿਕੇਂਦਰੀਕਰਨ, ਜੇ ਵੰਡ ਦਿੱਤੀ ਜਾਏਗੀ ਤਾਂ ਕਹਿੰਦੇ ਕਿ ਸ਼ਕਤੀ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ।
ਜਿਵੇਂ ਆਪਣੇ ਮੰਨ ਲਓ ਸਾਰੀਆਂ ਪਾਵਰਾਂ ਕੇਂਦਰ ਕੋਲ ਹੁੰਦੀਆਂ, ਫਿਰ ਕੇਂਦਰ ਸਰਕਾਰ ਮਨਮਰਜ਼ੀ ਕਰਦੀ। ਹੁਣ ਕੇਂਦਰ ਅਤੇ ਰਾਜਾਂ ਵਿੱਚ ਵੰਡਤੀਆਂ, ਫਿਰ ਰਾਜਾਂ ਦੀਆਂ ਸ਼ਕਤੀਆਂ ਅੱਗੇ ਜ਼ਿਲ੍ਹਿਆਂ ਵਿੱਚ ਵੰਡਤੀਆਂ, ਜ਼ਿਲ੍ਹਿਆਂ ਦੀਆਂ ਸ਼ਕਤੀਆਂ ਅੱਗੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਵੰਡਤੀਆਂ। ਜਦੋਂ ਆਪਾਂ ਸ਼ਕਤੀਆਂ ਦੇ ਵੰਡਣ ਦੀ ਗੱਲ ਕਰਦੇ ਹਾਂ, ਵਿਕੇਂਦਰੀਕਰਨ ਦੀ, ਵਿਕੇਂਦਰੀਕਰਨ, ਡੀਸੈਂਟਰਲਾਈਜੇਸ਼ਨ ਦੀ ਗੱਲ ਕਰਦੇ ਹਾਂ, ਤਾਂ ਉਹਦੇ ਨਾਲ ਕੀ ਹੁੰਦਾ ਹੈ, ਕੋਈ ਵੀ ਸੰਸਥਾ, ਕੋਈ ਵੀ ਵਿਅਕਤੀ, ਕੋਈ ਵੀ ਇੱਕ ਸ਼ਾਸਕ ਜਿਹੜਾ ਹੈ ਉਹ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰ ਸਕਦਾ। ਸੋ ਬਹੁਵਾਦੀ ਵਿਚਾਰ ਵਾਲੇ ਇਹ ਵਿਚਾਰਧਾਰਾ ਵਾਲੇ ਇਹ ਮੰਨਦੇ ਸਨ ਕਿ ਇਕੱਲੀ ਰਾਜ ਨੂੰ ਹੀ ਸ਼ਕਤੀ ਨਹੀਂ ਦੇਣੀ ਚਾਹੀਦੀ, ਰਾਜ ਦੇ ਨਾਲ ਨਾਲ ਹੋਰ ਜਿੰਨੇ ਸੰਘ ਨੇ, ਸਮੁਦਾਇ ਨੇ, ਉਹ ਵੀ ਇਸ ਦਾ ਹਿੱਸਾ ਹੈ ਸਮਾਜ ਦਾ, ਉਹਨਾਂ ਕੋਲ ਵੀ ਸ਼ਕਤੀ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਉਹ ਸਭ ਵੀ ਵਿਅਕਤੀ ਦੇ ਵਿਕਾਸ ਵਿੱਚ ਹਿੱਸਾ ਪਾਉਂਦੇ ਹਨ ਅਤੇ ਉਹ ਸਾਰੇ ਵੀ ਵਿਅਕਤੀ ਉਹਨਾਂ ਪ੍ਰਤੀ ਵਫਾਦਾਰ ਹੁੰਦਾ ਹੈ ਅਤੇ ਉਹਨਾਂ ਦੀਆਂ ਗੱਲਾਂ ਨੂੰ ਵਿਅਕਤੀ ਟਾਈਮ ਟੂ ਟਾਈਮ ਮੰਨਦਾ ਹੈ। ਇਹ ਬੇਟੇ ਮੈਂ ਤੁਹਾਨੂੰ ਨਿਚੋੜ ਕੱਢ ਕੇ ਦੱਸਦਾ। ਉਸ ਤੋਂ ਬਾਅਦ ਬੱਚੇ ਇਹ ਹੈ ਕਿ ਇਸ ਸਿਧਾਂਤ ਦੀ ਉਤਪਤੀ ਕਿਵੇਂ ਹੋਈ, ਕਿਉਂ ਲੋੜ ਪਈ। ਹੁਣ ਆਪਾਂ ਜੇ ਕੋਈ ਸਿਧਾਂਤ ਬਣਾਇਆ ਹੈ ਕਿਸੇ ਵਿਦਵਾਨਾਂ ਨੇ, ਤਾਂ ਉਹਦੀ ਲੋੜ ਕਿਉਂ ਪਈ, ਕਾਰਨ ਕੀ ਸੀ। ਪਹਿਲੀ ਉਤਪਤੀ ਦਾ ਕਾਰਨ ਹੈ ਕਿ ਵਿਅਕਤੀਵਾਦੀਆਂ ਦਾ ਪ੍ਰਭਾਵ। ਵਿਅਕਤੀਵਾਦੀ ਇੰਡੀਵਿਜੂਅਲਿਸਟਿਕ, ਇਹ ਵੀ ਬੇਟੇ ਇੱਕ ਅਪਰੋਚ ਹੈ। ਵਿਅਕਤੀਵਾਦ ਉਹ ਅਪਰੋਚ ਹੈ, ਯਾਦ ਰੱਖਣਾ, ਜਿਸ ਤਰ੍ਹਾਂ ਤੁਸੀਂ 12ਵੀਂ 'ਚ ਪੜ੍ਹਿਆ ਸੀ ਉਦਾਰਵਾਦ, ਮਾਰਕਸਵਾਦ, ਗਾਂਧੀਵਾਦ, ਇਹ ਅਸੀਂ ਪੜ੍ਹਿਆ ਸੀ। ਉਸੇ ਤਰੀਕੇ ਨਾਲ ਵਿਅਕਤੀਵਾਦ ਉਹ ਵਿਚਾਰਧਾਰਾ ਹੈ ਜੋ ਵਿਅਕਤੀ ਦੀ ਸੁਤੰਤਰਤਾ 'ਤੇ ਜ਼ੋਰ ਦਿੰਦੀ ਹੈ, ਜੋ ਵਿਅਕਤੀ ਨੂੰ ਸੁਤੰਤਰ ਕਰਨਾ ਚਾਹੁੰਦੀ ਹੈ, ਵਿਅਕਤੀ ਨੂੰ ਅਧਿਕਾਰ ਦੇਣਾ ਚਾਹੁੰਦੀ ਹੈ, ਵਿਅਕਤੀ ਨੂੰ ਸੁਤੰਤਰਤਾ ਦੇਣਾ ਚਾਹੁੰਦੀ ਹੈ, ਵਿਅਕਤੀ ਉੱਤੇ ਘੱਟ ਤੋਂ ਘੱਟ ਬੰਦਿਸ਼ਾਂ ਲਗਾਉਣਾ ਚਾਹੁੰਦੀ ਹੈ। ਸੋ ਕਿਤੇ ਨਾ ਕਿਤੇ ਜਿਹੜੇ ਬਹੁਵਾਦੀ ਵਿਚਾਰ ਵਾਲੇ ਸੀਗੇ, ਪਲੂਰਲਿਸਟਿਕ ਅਪਰੋਚ ਵਾਲੇ, ਉਹ ਵਿਅਕਤੀਵਾਦੀਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਸੀ। ਉਹ ਵੀ ਚਾਹੁੰਦੇ ਸੀ ਕਿ ਰਾਜ ਨੂੰ ਇੰਨੀ ਸ਼ਕਤੀ ਨਾ ਦੇ ਦਿੱਤੀ ਜਾਵੇ ਜਿਹਦਾ ਕਿ ਰਾਜ ਦੁਰਵਰਤੋਂ ਕਰੇ, ਵਿਅਕਤੀ ਨੂੰ ਆਜ਼ਾਦ ਛੱਡਣਾ, ਬਾਕੀ ਸੰਘਾਂ ਦੇ ਨਾਲ ਵੀ ਜੋੜ ਕੇ ਰੱਖਣਾ ਜ਼ਰੂਰੀ ਹੈ। ਦੂਸਰੀ ਗੱਲ, ਜਿਹੜੇ ਅਸੀਂ ਕਹਿ ਸਕਦੇ ਹਾਂ ਅਰਾਜਕਤਾਵਾਦੀ ਕੌਣ ਹੁੰਦੇ ਆ ਬੇਟੇ, ਡਰਨਾ ਨਹੀਂ। ਅਰਾਜਕਤਾਵਾਦੀ ਜੋ ਰਾਜ ਦੀ ਸ਼ਕਤੀ ਨੂੰ ਨਹੀਂ ਮੰਨਦੇ, ਜੋ ਬਾਗੀ ਨੇ, ਜੋ ਕਹਿੰਦੇ ਅਸੀਂ ਰਾਜ ਜੋ ਕਹਿ ਰਹੇ ਅਸੀਂ ਉਹਦੇ ਨਾਲ ਸਹਿਮਤ ਨਹੀਂ ਹਾਂ। ਇਸੇ ਤਰੀਕੇ ਨਾਲ ਸੰਘਵਾਦੀ ਮਾਨੇ ਜਿਹੜੇ ਇਸ ਗੱਲ ਨੂੰ ਮੰਨਦੇ ਹਨ ਕਿ ਰਾਜ ਤੋਂ ਇਲਾਵਾ ਸ਼ਕਤੀ ਕਾਫੀ ਸੰਘਾਂ ਅਤੇ ਸਮੁਦਾਇਆਂ ਵਿੱਚ ਵੰਡੀ ਹੋਈ ਹੈ। ਉਸ ਤੋਂ ਅੱਗੇ ਸਮਾਜਵਾਦੀ ਕਾਰਲ ਮਾਰਕਸ ਵਾਲੀ ਵਿਚਾਰਧਾਰਾ, ਔਰ ਤੁਹਾਨੂੰ ਇਹ ਕਾਰਲ ਮਾਰਕਸ ਦੀ ਵਿਚਾਰਧਾਰਾ ਯਾਦ ਹੈ, ਸਾਮਵਾਦ ਯਾਦ ਹੈ, ਮਾਰਕਸਵਾਦ ਯਾਦ ਹੈ, ਤਾਂ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਰਾਜ ਦੇ ਮਾਰਕਸ ਸਖਤ ਖਿਲਾਫ ਸੀ, ਔਰ ਉਹ ਕਹਿੰਦਾ ਸੀਗਾ ਕਿ ਰਾਜ ਨੂੰ ਘੱਟ ਤੋਂ ਘੱਟ ਅਧਿਕਾਰ ਦੇਣੇ ਚਾਹੀਦੇ ਹਨ, ਰਾਜ ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ, ਰਾਜ ਗਰੀਬਾਂ ਦੇ ਖਿਲਾਫ ਹੈ। ਯਾਦ ਕਰੋ ਮਾਰਕਸਿਜ਼ਮ ਦੇ ਵਿੱਚ ਵੀ ਸੀ। ਸੋ ਜਦੋਂ ਅਰਾਜਕਤਾਵਾਦੀ, ਵਿਅਕਤੀਵਾਦੀ, ਸਾਮਵਾਦੀ, ਸੰਘਵਾਦੀ ਇਹ ਸਾਰੇ ਇਕੱਠੇ ਹੋ ਗਏ ਅਤੇ ਇਹਨਾਂ ਨੇ ਕਿਹਾ ਕਿ ਨਾ ਰਾਜ ਦੀਆਂ ਸ਼ਕਤੀਆਂ ਨੂੰ ਘਟਾਇਆ ਜਾਵੇ, ਨਹੀਂ ਤਾਂ ਰਾਜ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਮਨੁੱਖ ਦੀ ਸੁਤੰਤਰਤਾ ਨੂੰ ਘਟਾ ਸਕਦਾ ਹੈ। ਸੋ ਇਹਨਾਂ ਸਭ ਦਾ ਪ੍ਰਭਾਵ ਵੀ ਪਿਆ ਤੇ ਇਸ ਕਰਕੇ ਇਹ ਬਹੁਵਾਦੀ ਜਿਹੜੀ ਵਿਚਾਰਧਾਰਾ ਹੈ ਪ੍ਰਭੂ ਸੱਤਾ ਦੀ, ਉਸਨੇ ਜਨਮ ਲਿਆ। ਅਗਲੀ ਗੱਲ ਬੇਟੇ, ਅੱਜ ਦਾ ਜਿਹੜਾ ਟਾਈਮ ਹੈ ਇਹ ਅੰਤਰਰਾਸ਼ਟਰਵਾਦ ਦਾ ਯੁੱਗ ਹੈ। ਅੱਜ ਆਪਾਂ ਇੱਕ ਦੇਸ਼ ਤੱਕ ਸੰਭਵ ਨਹੀਂ ਹੈ ਸਾਡੀ ਗੱਲ, ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ ਅਤੇ ਸੰਸਾਰ ਦੇ ਵਿੱਚ ਹੋਰ ਵੀ ਅਜਿਹੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਕਹਿਣਾ ਰਾਜ ਨੂੰ ਵੀ ਮੰਨਣਾ ਪੈਂਦਾ ਹੈ। ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਸਰਕਾਰ, ਚਾਹੇ ਜਿੰਨਾ ਮਰਜ਼ੀ ਪਾਵਰਫੁਲ ਕੰਟਰੀ ਕਿਉਂ ਨਾ ਹੋਵੇ, ਉਹ ਅੰਤਰਰਾਸ਼ਟਰੀ ਸਨਮਾਨ ਨੂੰ, ਅੰਤਰਰਾਸ਼ਟਰੀ ਲੋਕਮਤ ਨੂੰ, ਅੰਤਰਰਾਸ਼ਟਰੀ ਰਾਏ ਨੂੰ ਇਗਨੋਰ ਕਰਕੇ ਨਹੀਂ ਚੱਲ ਸਕਦਾ। ਅਤੇ ਅੰਤਰਰਾਸ਼ਟਰੀ ਮੰਚ ਦੇ ਉੱਤੇ ਕੀ ਮੰਗਿਆ ਜਾ ਰਿਹਾ? ਇਹੀ ਮੰਗਿਆ ਜਾ ਰਿਹਾ ਕਿ ਆਜ਼ਾਦੀ ਦਿੱਤੀ ਜਾਵੇ, ਸੁਤੰਤਰਤਾ ਦਿੱਤੀ ਜਾਵੇ, ਰਾਜ ਦੇ ਕੋਲ ਅਧਿਕਾਰ ਘੱਟ ਤੋਂ ਘੱਟ ਹੋਣ, ਰਾਜ ਮਨੁੱਖ ਦੀ ਸ਼ਕਤੀ ਨੂੰ, ਸੁਤੰਤਰਤਾ ਨੂੰ ਘੱਟ ਤੋਂ ਘੱਟ ਖਰਾਬ ਕਰ ਸਕੇ। ਠੀਕ ਹੈ ਜੀ। ਇਸ ਤੋਂ ਇਲਾਵਾ ਜਦੋਂ ਆਪਾਂ ਗੱਲ ਕਰਦੇ ਹਾਂ ਲੋਕ ਕਲਿਆਣਕਾਰੀ ਵੈਲਫੇਅਰ ਸਟੇਟ ਦੀ, ਵੈਲਫੇਅਰ ਹੁਣ ਕੀ ਹੈ ਕਨਸੈਪਟ? ਅੱਗੇ ਕਹਿੰਦੇ ਰਾਜ ਦਾ ਜਨਮ ਹੋਇਆ ਸੀ ਮਨੁੱਖੀ ਲੋੜਾਂ ਦੇ ਲਈ, ਪਰ ਮਨੁੱਖ ਨੇ ਹੁਣ ਰਾਜ ਵਿੱਚ ਮਨੁੱਖ ਕਿਉਂ ਰਹਿ ਰਿਹਾ ਹੈ? ਮਨੁੱਖ ਇਸ ਕਰਕੇ ਰਾਜ ਵਿੱਚ ਰਹਿ ਰਿਹਾ ਹੈ ਬੱਚੇ, ਤਾਂ ਜੋ ਮਨੁੱਖ ਦੇ ਰਾਜ ਵਧੀਆ ਕੰਮ ਕਰਨ ਲੱਗ ਗਿਆ। ਸੋ ਕਹਿੰਦੇ ਜੇ ਅਸੀਂ ਵੈਲਫੇਅਰ ਸਟੇਟ ਦੀ ਗੱਲ ਕਰਦੇ ਹਾਂ, ਵੈਲਫੇਅਰ ਸਟੇਟ ਮੈਨੇ ਕਲਿਆਣਕਾਰੀ ਰਾਜ, ਅਜਿਹਾ ਰਾਜ ਜੋ ਮਨੁੱਖਾਂ ਦੇ ਕਲਿਆਣ ਦੇ ਲਈ ਕੰਮ ਕਰਦਾ ਹੈ। ਤਾਂ ਇਸ ਗੱਲ ਨੂੰ ਮੰਨਦੇ ਹਾਂ, ਜੇ ਕਲਿਆਣਕਾਰੀ ਰਾਜ ਦੇ ਕਨਸੈਪਟ ਨੂੰ ਮੰਨਾਂਗੇ, ਫਿਰ ਵੀ ਸਾਨੂੰ ਕੀ ਮੰਨਣਾ ਪਏਗਾ ਕਿ ਰਾਜ ਦੀ ਸ਼ਕਤੀ ਉੱਤੇ ਰੋਕ ਹੋਣੀ ਚਾਹੀਦੀ ਹੈ, ਰਾਜ ਦੀ ਸ਼ਕਤੀ ਅਸੀਮਤ ਨਹੀਂ ਹੋਣੀ ਚਾਹੀਦੀ, ਰਾਜ ਦੀ ਸ਼ਕਤੀ ਵੰਡੀ ਹੋਈ ਹੋਣੀ ਚਾਹੀਦੀ ਹੈ ਤਾਂ ਜੋ ਰਾਜ ਆਪਣੀ ਸ਼ਕਤੀ ਦੀ ਦੁਰਵਰਤੋਂ ਨਾ ਕਰ ਸਕੇ। ਜਦੋਂ ਮੈਂ ਵਾਰ-ਵਾਰ ਵਰਡ ਬੋਲ ਰਹੀ ਹਾਂ ਸ਼ਕਤੀ, ਤਾਂ ਸ਼ਕਤੀ ਦਾ ਮਤਲਬ ਹੈ ਪ੍ਰਭੂ ਸੱਤਾ, ਕਿਉਂਕਿ ਰਾਜ ਦੀ ਸ਼ਕਤੀ ਨੂੰ ਕੀ ਕਿਹਾ ਜਾਂਦਾ ਹੈ? ਪ੍ਰਭੂ ਸੱਤਾ। +1 ਦੇ ਵਿੱਚ ਤੁਸੀਂ ਰਾਜ ਦੇ 4 ਤੱਤ ਕੀਤੇ ਸੀ, ਉਹਦੇ ਵਿੱਚ ਮੇਨ ਰਾਜ ਦਾ ਤੱਤ ਕੀਤਾ ਸੀ ਪ੍ਰਭੂ ਸੱਤਾ।
ਜਦੋਂ ਤੁਸੀਂ +2 ਚ ਆਏ, ਸ਼ਾਇਦ ਤੁਹਾਨੂੰ ਯਾਦ ਹੋਏਗਾ ਇੱਕ ਤੁਸੀਂ ਲੈਸਨ ਕੀਤਾ ਸੀ ਰਾਜਨੀਤਿਕ ਪ੍ਰਣਾਲੀ, ਪੋਲੀਟੀਕਲ ਸਿਸਟਮ। ਉਹਦੇ ਵਿੱਚ ਵੀ ਰਾਜਨੀਤਿਕ ਪ੍ਰਣਾਲੀ ਕੋਲ ਇੱਕ ਸ਼ਕਤੀ ਸੀ, ਉਚਿਤ ਕਾਨੂੰਨੀ ਸਰੀਰਕ ਜ਼ਬਰ ਸ਼ਕਤੀ, ਫਿਜ਼ੀਕਲ ਲੈਜੀਟੀਮੇਟ ਫਿਜ਼ੀਕਲ ਕੋਰਸਿਵ ਪਾਵਰ। ਯਾਦ ਆਇਆ ਬੇਟੇ? ਉਹ ਵੀ ਇਹੀ ਸ਼ਕਤੀ ਸੀ ਕਿ ਉਸ ਸ਼ਕਤੀ ਦੇ ਰਾਹੀਂ ਵੀ ਰਾਜ ਕਾਨੂੰਨ ਬਣਾਉਂਦਾ ਸੀ, ਲੋਕਾਂ ਨੂੰ ਮੰਨਣੇ ਪੈਂਦੇ ਹਨ, ਲੋਕੀ ਉਹਨਾਂ ਦੀ ਪਾਲਣਾ ਕਰਦੇ ਹਨ, ਜੇਕਰ ਨਹੀਂ ਕਰਦੇ ਤਾਂ ਲੋਕਾਂ ਨੂੰ ਦੰਡ ਵੀ ਦਿੱਤਾ ਜਾ ਸਕਦਾ ਹੈ। ਸੋ ਉਹੀ ਪ੍ਰਭੂ ਸੱਤਾ ਹੈ, ਉਹੀ ਲੈਜੀਟੀਮੇਟ ਪਾਵਰ ਹੈ, ਉਸੇ ਦੀ ਅਸੀਂ ਗੱਲ ਕਰ ਰਹੇ ਹਾਂ। ਅਤੇ ਮੈਂ ਫਿਰ ਰਿਪੀਟ ਕਰ ਰਹੀ ਹਾਂ ਕਿ ਦੋ ਤਰ੍ਹਾਂ ਦੇ ਵਿਚਾਰ ਸੀ। ਇੱਕ ਮੰਨਦੇ ਹਨ ਕਿ ਇਹ ਪ੍ਰਭੂ ਸੱਤਾ ਕੇਵਲ ਰਾਜ ਕੋਲ ਹੋਏਗੀ, ਕੇਵਲ ਰਾਜ ਦਾ ਇਹਦੇ 'ਤੇ ਇੱਕ ਅਧਿਕਾਰ ਹੈ, ਹੋਰ ਕਿਸੇ ਸੰਸਥਾ ਦਾ ਕੋਈ ਇਹਦੇ 'ਤੇ ਅਧਿਕਾਰ ਨਹੀਂ, ਬਾਕੀ ਸੰਸਥਾਵਾਂ ਤੋਂ ਰਾਜ ਸ੍ਰੇਸ਼ਟ ਹੈ ਅਤੇ ਇਹ ਸ਼ਕਤੀ ਸਿਰਫ ਰਾਜ ਕੋਲ ਹੈ। ਜਦੋਂ ਕਿ ਅਸੀਂ ਬਹੁਵਾਦੀ ਵਿਚਾਰਧਾਰਾ ਜਿਹੜੀ ਕਰ ਰਹੇ ਹਾਂ ਉਹ ਇਹ ਮੰਨਦੇ ਹਨ ਕਿ ਰਾਜ ਸ੍ਰੇਸ਼ਟ ਹੈ, ਰਾਜ ਦਾ ਹੋਣਾ ਜ਼ਰੂਰੀ ਹੈ, ਰਾਜ ਕਾਨੂੰਨ ਬਣਾ ਸਕਦਾ ਹੈ, ਲੋਕੀ ਉਹਦੀ ਪਾਲਣਾ ਕਰ ਸਕਦੇ ਹਨ, ਕਰਦੇ ਹਨ। ਪਰ ਇਹ ਸ਼ਕਤੀ ਕੇਵਲ ਰਾਜ ਦੀ ਅਸੀਮਤ ਸ਼ਕਤੀ ਨਹੀਂ ਹੈ, ਇਹ ਸ਼ਕਤੀ ਬਾਕੀ ਸੰਘਾਂ ਅਤੇ ਸਮੁਦਾਇਆਂ ਦੇ ਵਿੱਚ ਵੰਡੀ ਹੋਈ ਹੋਣੀ ਚਾਹੀਦੀ ਹੈ। ਰਾਜ ਦੇ ਕੋਲ ਇਹ ਸ਼ਕਤੀ ਨਿਰੰਕੁਸ਼ ਨਹੀਂ ਹੋਣੀ ਚਾਹੀਦੀ। ਆ ਗਈ ਬੱਚੇ? ਦਿਸ ਇਜ਼ ਦਾ ਨਿਚੋੜ ਆਫ ਦਿਸ ਚੈਪਟਰ। ਸੋ ਇਸ ਚੀਜ਼ ਨੂੰ ਤੁਸੀਂ ਫੋਲੋ ਕਰੋ। ਉਸ ਤੋਂ ਬਾਅਦ ਬੇਟੇ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਬਹੁਵਾਦੀ ਵਿਚਾਰਕਾਂ ਦੇ ਮੁੱਖ ਸਮਰਥਕ ਕਿਹੜੇ ਹਨ। ਛੋਟਾ ਕੁਐਸਚਨ, ਮੈਨੂੰ ਨਹੀਂ ਪਤਾ ਤੁਹਾਨੂੰ ਆਉਂਦਾ ਹੈ ਕਿ ਨਹੀਂ ਆਉਂਦਾ, ਬਟ ਜੇ ਆ ਜੇ ਤਾਂ ਲਾਸਕੀ, ਡਾਕਟਰ ਫਿਗਸ, ਕੋਲ, ਡਿਊਗੀ, ਮੇਟਲੈਂਡ, ਇਹ ਸਾਰੇ ਜਿਹੜੇ ਹਨ, ਲਿੰਡਸੇ, ਇਹ ਸਾਰੇ, ਬਾਰਕਰ, ਪ੍ਰੋਫੈਸਰ ਬਾਰਕਰ, ਇਹ 3-4 ਨਾਮ ਤੁਸੀਂ ਜ਼ਰੂਰ ਯਾਦ ਕਰ ਲੈਣੇ ਆ ਕਿ ਇਹ ਸਾਰੇ ਵਿਦਵਾਨਾਂ ਨੇ ਇਸ ਬਹੁਵਾਦੀ ਵਿਚਾਰਧਾਰਾ ਨੂੰ ਮਤਲਬ ਇਹ ਲੈ ਕੇ ਚੱਲੇ। ਹੁਣ ਬੇਟੇ ਅੱਗੇ ਬਹੁਵਾਦੀ ਵਿਚਾਰਧਾਰਾ ਮਤਲਬ ਹੈ ਕੀ ਹੈ, ਇਹਦੇ ਕੀ ਕਰੈਕਟਰਿਸਟਿਕਸ ਨੇ, ਕੀ ਇਹਦੇ ਵਿੱਚ ਕੀ ਸ਼ਾਮਲ ਹੈ। ਤਾਂ ਇਹਦੇ ਵਿੱਚ ਹੈ ਕਿ ਬਹੁਵਾਦੀ ਵਿਚਾਰਧਾਰਾ ਦੇ ਵਿੱਚ 3 ਗੱਲਾਂ ਲੈਂਦੇ ਨੇ ਵਿਦਵਾਨ। ਨੰਬਰ 1, ਰਾਜ ਬਾਕੀ ਸੰਘਾਂ ਦੀ ਤਰ੍ਹਾਂ ਇੱਕ ਸੰਘ ਹੈ। ਉਹ ਕਹਿੰਦੇ ਜਿੱਦਾਂ ਸਮਾਜ ਵਿੱਚ ਬਾਕੀ ਸੰਘ ਨੇ, ਧਾਰਮਿਕ ਸੰਘ ਨੇ, ਆਰਥਿਕ ਸੰਘ ਹੈ, ਰਾਜਨੀਤਿਕ ਸੰਘ ਹੈ, ਇਸ ਤੋਂ ਇਲਾਵਾ ਸਾਡੇ ਮਨੁੱਖਾਂ ਦੇ ਆਪਸੀ ਕਈ ਤਰ੍ਹਾਂ ਦੇ ਸੰਘ ਸਮੁਦਾਇ ਬਣੇ ਹੋਏ ਹਨ, ਕਈ ਤਰ੍ਹਾਂ ਦੇ ਹਿੱਤ ਸਮੂਹ ਨੇ, ਕਈ ਤਰ੍ਹਾਂ ਦੇ ਦਬਾਅ ਸਮੂਹ ਨੇ, ਕਈ ਤਰ੍ਹਾਂ ਦੇ ਮਨੁੱਖਾਂ ਨੇ ਆਪਣੇ ਸੰਬੰਧ ਬਣਾਏ ਹੋਏ ਨੇ। ਠੀਕ ਹੈ ਨਾ? ਜੱਟਾਂ ਨੇ ਆਪਣੀ ਸਭਾ ਬਣਾਈਆਂ ਹੋਈਆਂ ਨੇ, ਵਾਲਮੀਕੀ ਆਪਣੀਆਂ ਬਣਾਈ ਬੈਠੇ ਨੇ, ਈਸਾਈ ਆਪਣੀ ਬਣਾਈ ਬੈਠੇ ਨੇ, ਸਿੱਖ ਆਪਣੀ ਬਣਾਈ ਬੈਠੇ ਆ, ਹਿੰਦੂ ਆਪਣੀਆਂ ਬਣਾਈ ਬੈਠੇ ਨੇ, ਕਈ ਤਰ੍ਹਾਂ ਦੇ ਸੰਘ ਅਤੇ ਸੰਗਠਨ ਨੇ। ਤਾਂ ਰਾਜ ਵੀ ਉਹਨਾਂ ਦੀ ਤਰ੍ਹਾਂ ਇੱਕ ਸੰਘ ਅਤੇ ਸੰਗਠਨ ਹੈ। ਰਾਜ ਉਹਨਾਂ ਤੋਂ ਸ੍ਰੇਸ਼ਟ ਜ਼ਰੂਰ ਹੈ, ਪਰ ਰਾਜ ਦੀ ਸ਼ਕਤੀ ਅਸੀਮਤ ਨਹੀਂ ਹੈ, ਪਹਿਲੀ ਗੱਲ। ਠੀਕ ਹੈ? ਨੰਬਰ 1, ਵਿਅਕਤੀ ਦੇ, ਇਹ ਕਹਿੰਦੇ ਵਿਅਕਤੀ ਦਾ ਬਹੁਪੱਖੀ ਜੀਵਨ। ਕਹਿੰਦੇ ਵਿਅਕਤੀ ਦੇ ਜੀਵਨ ਵਿੱਚ ਇਕੱਲਾ ਰਾਜਨੀਤਿਕ ਪੱਖ ਨਹੀਂ ਹੁੰਦਾ, ਵਿਅਕਤੀ ਧਾਰਮਿਕ ਵੀ ਹੈ, ਵਿਅਕਤੀ ਸਮਾਜਿਕ ਵੀ ਹੈ, ਵਿਅਕਤੀ ਸੱਭਿਆਚਾਰ ਨਾਲ ਵੀ ਜੁੜਿਆ ਹੋਇਆ ਹੈ, ਵਿਅਕਤੀ ਆਪਣੇ ਆਲੇ ਦੁਆਲੇ ਨਾਲ, ਆਪਣੇ ਪਿੰਡ ਨਾਲ, ਆਪਣੇ ਸ਼ਹਿਰ ਨਾਲ ਵੀ ਜੁੜਿਆ ਹੋਇਆ ਹੈ। ਜਦੋਂ ਕਹਿੰਦੇ ਵਿਅਕਤੀ ਦੀ ਜ਼ਿੰਦਗੀ ਦੇ ਇੰਨੇ ਪੱਖ ਨੇ, ਫਿਰ ਇਕੱਲੀ ਰਾਜ ਨੂੰ ਹੀ ਸ਼ਕਤੀ ਦੇ ਦੇਣਾ ਇਹ ਕਿਤੇ ਜਾਇਜ਼ ਨਹੀਂ ਹੈ। ਇਸ ਕਰਕੇ ਬਾਕੀ ਸੰਘਾਂ ਨੂੰ ਵੀ ਸ਼ਕਤੀ ਦਾ ਹਿੱਸਾ ਦੇਣਾ ਚਾਹੀਦਾ ਹੈ। ਦੂਸਰੀ ਗੱਲ, ਰਾਜ ਵੀ ਕਹਿੰਦੇ ਬਾਕੀ ਸੰਘਾਂ ਦੀ ਤਰ੍ਹਾਂ ਇੱਕ ਸੰਘ ਹੀ ਹੈ। ਮੈਂ ਦੱਸ ਬੈਠੀ ਹਾਂ, ਬਾਕੀ ਵਿਅਕਤੀ ਦੀ ਬਾਕੀ ਸੰਘਾਂ ਪ੍ਰਤੀ ਵੀ ਵਫਾਦਾਰੀ ਹੈ। ਇਹ ਪੁਆਇੰਟ ਮੈਂ ਤੁਹਾਨੂੰ ਕਲੀਅਰ ਕਰ ਬੈਠੀ ਹਾਂ ਬੇਟੇ ਕਿ ਜਿੰਨੇ ਧਾਰਮਿਕ ਸੰਘ ਨੇ ਅਸੀਂ ਉਹਦੇ ਪ੍ਰਤੀ ਵੀ ਵਫਾਦਾਰ ਹੈ, ਸਾਡੇ ਪਿੰਡ ਦਾ ਕੋਈ ਸਮੁਦਾਇ ਹੈ ਅਸੀਂ ਉਹਦੇ ਪ੍ਰਤੀ ਵੀ ਵਫਾਦਾਰ ਹੈ। ਕਈ ਵਾਰ ਤੁਸੀਂ ਆਮ ਲੋਕਾਂ ਨੂੰ ਗੱਲ ਕਰਦੇ ਦੇਖਿਆ ਹੋਣਾ ਵੀ ਨਹੀਂ ਇੰਜ ਨਹੀਂ ਕਰਨਾ, ਸਰਕਾਰ ਇੰਜ ਕਰਨ ਨੂੰ ਸਰਕਾਰ ਰੋਕਦੀ ਹੈ, ਸਰਕਾਰ ਕਹਿੰਦੀ ਇੰਜ ਨਹੀਂ ਕਰਨਾ, ਅਸੀਂ ਕਹਿੰਦੇ ਕਿਉਂ? ਸਰਕਾਰ ਕੌਣ ਹੁੰਦੀ ਹੈ? ਸਾਡਾ ਜੀਵਨ ਹੈ, ਅਸੀਂ ਦੇਖਣਾ ਹੈ। ਕਈ ਵਾਰੀ ਅਸੀਂ ਮਤਲਬ ਸਰਕਾਰ, ਹੁਣ ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇ ਰਹੀ ਹਾਂ। ਸਾਡੇ ਕੰਟਰੀ ਦੇ ਵਿੱਚ ਆਏ ਦਿਨ ਧਰਮ ਦੇ ਆਧਾਰ ਦੇ ਉੱਤੇ ਦੰਗੇ ਹੁੰਦੇ। ਹੁਣ ਸਰਕਾਰ ਤਾਂ ਨਹੀਂ ਕਹਿੰਦੀ ਦੰਗੇ ਕਰੋ, ਸਰਕਾਰ ਦੇ ਰਾਜ ਦੇ ਕਾਨੂੰਨ ਤਾਂ ਨਹੀਂ ਕਹਿੰਦੇ ਦੰਗੇ ਕਰੋ। ਜਦੋਂ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਉਕਸਾ ਦਿੱਤਾ ਜਾਂਦਾ ਹੈ, ਦੰਗੇ ਹੋ ਜਾਂਦੇ ਨੇ। ਲੋਕੀ ਉਦੋਂ ਕਾਨੂੰਨਾਂ ਨੂੰ ਭੁੱਲ ਜਾਂਦੇ ਹੈ, ਰਾਜ ਦੇ ਬਣਾਏ ਹੋਏ ਕਾਨੂੰਨਾਂ ਨੂੰ ਯਾਦ ਰੱਖਣਾ ਲੋਕੀ ਭੁੱਲਦੇ ਨੇ, ਆਪਣੀਆਂ ਧਾਰਮਿਕ ਸੰਸਥਾਵਾਂ, ਆਪਣੇ ਨੇਤਾਵਾਂ ਦੀ ਗੱਲ ਸੁਣਦੇ ਹਨ। ਕਿਉਂ? ਕਿਉਂਕਿ ਮਨੁੱਖ ਸਿਰਫ ਰਾਜਨੀਤਿਕ ਨਹੀਂ ਹੈ, ਮਨੁੱਖ ਦੇ ਜ਼ਿੰਦਗੀ ਦੇ ਹੋਰ ਪੱਖ ਵੀ ਹਨ ਅਤੇ ਉਹ ਵੀ ਸਾਰੇ ਜੋ ਸੰਘ ਸਮੁਦਾਇ ਰਾਜ ਦੇ ਅਧੀਨ ਕੰਮ ਕਰ ਰਹੇ ਹੈ ਜਾਂ ਰਾਜ ਦੇ ਨਾਲ ਕੰਮ ਕਰ ਰਹੇ ਆ, ਵਿਅਕਤੀ ਉਹਨਾਂ ਪ੍ਰਤੀ ਵੀ ਵਫਾਦਾਰ ਹੈ। ਠੀਕ ਹੈ ਜੀ? ਇਸੇ ਤਰੀਕੇ ਨਾਲ ਅਗਲੀ ਗੱਲ ਕਹਿੰਦਾ ਹੈ ਰਾਜ ਦੇ ਕਾਰਜ ਖੇਤਰ ਨੂੰ ਸੀਮਤ ਕਰਨਾ ਚਾਹੁੰਦੇ ਸੀ। ਸੀਮਤ ਮੈਨੇ ਲਿਮਿਟਸ। ਇੱਕ ਗੱਲ ਬੇਟੇ ਯਾਦ ਰੱਖਣਾ, ਜਦੋਂ ਕਿਸੇ ਬੰਦੇ ਕੋਲ, ਕਿਸੇ ਸੰਸਥਾ ਕੋਲ ਜਿਹਨੂੰ ਸਾਰੀਆਂ ਪਾਵਰਾਂ ਦੇਤੀਆਂ, ਉਹਨੇ ਆਪਣੀ ਪਾਵਰਾਂ ਦੀ ਦੁਰਵਰਤੋਂ ਕਰਨੀ ਹੈ। ਹੁਣ ਅਸੀਂ ਕਿੰਗ ਜ਼ੋਨ ਦੀ ਗੱਲ ਕਰਦੇ ਹਾਂ, ਠੀਕ ਹੈ, ਅਸੀਂ ਹਿਟਲਰ ਦੀ ਗੱਲ ਕੀਤੀ, ਅਸੀਂ ਮੁਸੋਲਿਨੀ ਦਾ ਦੇਖਿਆ,
ਅਸੀਂ ਆਪਣੇ ਇਤਿਹਾਸ ਦੇ ਵਿੱਚ, ਸੰਸਾਰ ਦੇ ਇਤਿਹਾਸ ਵਿੱਚ ਦੇਖੋ, ਜਿਸ ਬੰਦੇ ਕੋਲ ਜ਼ਰੂਰਤ ਤੋਂ ਜ਼ਿਆਦਾ ਪਾਵਰ ਚਲੀ ਗਈ, ਉਹਨੇ ਆਪਣੀ ਪਾਵਰ ਦਾ ਮਿਸਯੂਜ਼ ਕੀਤਾ ਹੀ ਕੀਤਾ ਹੈ। ਯਾਦ ਰੱਖਣਾ, ਜੇ ਅਸੀਂ ਰਾਜ ਨੂੰ ਵੀ ਨਿਰਗੁੰਸ਼ ਸ਼ਕਤੀਆਂ ਦੇ ਦਾਂਗੇ, ਰਾਜ ਨੂੰ ਰੱਬ ਬਣਾ ਦਾਂਗੇ, ਰਾਜ ਦੀ ਸ਼ਕਤੀ ਉੱਤੇ ਕੋਈ ਰੋਕ ਟੋਕ ਹੀ ਨਹੀਂ ਛੱਡਾਂਗੇ, ਰਾਜ ਨੂੰ ਕਵਾਂਗੇ ਵੀ ਹਰ ਗੱਲ 'ਚ ਰਾਜ ਸਾਡੇ ਦਖਲ ਅੰਦਾਜ਼ੀ ਕਰ ਸਕਦੀ ਹੈ ਸਰਕਾਰ, ਫਿਰ ਕੀ ਹੋਏਗਾ? ਰਾਜ ਵੀ ਆਪਣੀ ਮਨਮਰਜ਼ੀ ਕਰਨ ਲੱਗ ਜਾਏਗਾ। ਕਾਫੀ ਹੱਦ ਤੱਕ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਆਪਾਂ ਸਰਕਾਰਾਂ ਨੂੰ ਧਿਆਨ ਨਾਲ ਦੇਖੀਏ ਤਾਂ ਇਹ ਮਨਮਰਜ਼ੀ ਕਰਨ ਦੇ ਉੱਤੇ ਉਤਰੀਆਂ ਹੋਈਆਂ ਹੈ। ਰੂਸ ਤੇ ਯੂਕਰੇਨ ਦਾ ਯੁੱਧ ਚੱਲ ਰਿਹਾ, ਇਹ ਸਰਕਾਰਾਂ ਦਾ ਫੈਸਲਾ ਹੈ, ਲੋਕ ਨਹੀਂ ਚਾਹੁੰਦੇ। ਠੀਕ ਹੈ, ਰੱਬ ਨਾ ਕਰੇ ਭਾਰਤ ਪਾਕਿਸਤਾਨ ਦਾ ਯੁੱਧ ਹੋ ਜਾਏਗਾ, ਸਰਕਾਰਾਂ ਦਾ ਫੈਸਲਾ ਹੈ, ਦੋ ਰਾਜਾਂ ਦਾ ਫੈਸਲਾ ਹੋਏਗਾ, ਉਹਦੇ ਨਾਲ ਨੁਕਸਾਨ ਲੋਕਾਂ ਨੂੰ ਹੋਏਗਾ। ਹੋ ਸਕਦਾ ਲੋਕ ਇਹ ਯੁੱਧ ਚਾਹੁੰਦੇ ਹੀ ਨਾ ਹੋਣ। ਕਿਉਂ? ਕਿਉਂਕਿ ਵਿਨਾਸ਼ ਕਿਹਦਾ ਹੋ ਰਿਹਾ? ਲੋਕਾਂ ਦਾ ਹੋ ਰਿਹਾ। ਇਸ ਕਰਕੇ ਬਹੁਵਾਦੀ ਵਿਚਾਰ ਵਾਲੇ ਇਹ ਕਹਿੰਦੇ ਨੇ ਕਿ ਰਾਜ ਨੂੰ ਇੰਨੇ ਵੀ ਅਧਿਕਾਰ ਨਾ ਦਿਓ ਕਿ ਰਾਜ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦੇਵੇ। ਠੀਕ ਹੈ ਜੀ। ਇਸ ਤੋਂ ਇਲਾਵਾ ਸ਼ਕਤੀਆਂ ਦੇ ਵਿਕੇਂਦਰੀਕਰਨ, ਮੈਂ ਤੁਹਾਨੂੰ ਵਿਕੇਂਦਰੀਕਰਨ ਦੱਸਤਾ ਕਿ ਜੇ ਸ਼ਕਤੀਆਂ ਇੱਕ ਬੰਦੇ ਕੋਲ, ਇੱਕ ਸੰਸਥਾ ਕੋਲ ਹੋਣਗੀਆਂ ਤਾਂ ਉਹ ਸ਼ਕਤੀਆਂ ਦੀ ਮਿਸਯੂਜ਼ ਹੋਏਗਾ। ਜੇ ਸ਼ਕਤੀਆਂ ਵੱਡੀਆਂ ਹੋਣਗੀਆਂ ਤਾਂ ਸ਼ਕਤੀਆਂ ਦਾ ਮਿਸਯੂਜ਼ ਕਦੇ ਵੀ ਨਹੀਂ ਹੋ ਸਕਦਾ। ਇਸ ਕਰਕੇ ਇਹ ਕਹਿੰਦੇ ਕਿ ਰਾਜ ਤੋਂ ਇਲਾਵਾ ਬਾਕੀ ਸੰਘਾਂ ਸਮੁਦਾਇਆਂ ਨੂੰ ਵੀ ਪ੍ਰਭੂਸੱਤਾ ਜਾਂ ਸ਼ਕਤੀ ਦਿੱਤੀ ਜਾਣੀ ਚਾਹੀਦੀ ਹੈ। ਫਿਰ ਇਹ ਰਾਜ ਦੇ ਖਤਮ ਕਰਨ ਦੇ ਵਿਰੁੱਧ ਨੇ। ਇਹ ਨਹੀਂ ਮੰਨਦੇ। ਇਹ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਾਂ ਕਿ ਬਹੁਵਾਦੀ ਵਿਚਾਰ ਹੈ। ਠੀਕ ਹੈ, ਬਟ ਜਿੰਨੀ ਤੁਸੀਂ ਵਿਚਾਰਧਾਰਾ ਕਰ ਰਹੇ ਹੋ, +2 ਤੋਂ ਆਪਾਂ ਵਿਚਾਰਧਾਰਾ ਕਰਨੀਆਂ ਸ਼ੁਰੂ ਕੀਤੀਆਂ। ਵਿਚਾਰਧਾਰਾ ਉਦਾਰਵਾਦ ਕੀਤਾ, ਮਾਰਕਸਵਾਦ ਕੀਤਾ, ਗਾਂਧੀਵਾਦ ਕੀਤਾ। YouTube ਦੇ ਉੱਤੇ ਮੇਰੇ ਸਾਰੇ ਲੈਕਚਰਸ ਪਏ ਨੇ। ਤੁਸੀਂ ਵਿਅਕਤੀਵਾਦ ਦਾ ਪੜ੍ਹ ਕੇ ਦੇਖ ਲਓ। ਤੁਸੀਂ ਕੋਈ ਵੀ ਵਿਚਾਰਧਾਰਾ ਦੁਨੀਆ ਦੀ ਪੜ੍ਹ ਕੇ ਦੇਖ ਲਓ, ਨਾਜ਼ੀਜ਼ਮ ਪੜ੍ਹ ਕੇ ਦੇਖ ਲਓ, ਫਾਸਿਜ਼ਮ ਪੜ੍ਹ ਕੇ ਦੇਖ ਲਓ, ਤੁਸੀਂ ਕੋਈ ਵੀ ਵਿਚਾਰਧਾਰਾ ਪੜ੍ਹ ਕੇ ਦੇਖ ਲਓ। ਵਿਚਾਰਧਾਰਾ ਦਾ ਮਤਲਬ ਵਿੱਚ ਇੱਕੋ ਇੱਕ ਵਿਚਾਰਧਾਰਾ ਦਾ ਮਤਲਬ ਹੈ ਕਿ ਅਸਲ ਵਿੱਚ ਹੈ ਕੀ। ਵਿਚਾਰਧਾਰਾ ਦਾ ਮਤਲਬ ਹੈ ਕਿ ਸੋਚਣ ਦਾ ਤਰੀਕਾ। ਹੁਣ ਇੱਕ ਬੰਦਾ ਕਹਿੰਦਾ ਕਿ ਨਹੀਂ ਰਾਜ ਸਭ ਤੋਂ ਸ੍ਰੇਸ਼ਟ ਹੈ, ਸਾਰੇ ਅਧਿਕਾਰ ਰਾਜ ਨੂੰ ਹੀ ਦਿੱਤੇ ਜਾਣੇ ਚਾਹੀਦੇ। ਦੂਜਾ ਬੰਦਾ ਕਹਿੰਦਾ ਕਿ ਨਾ, ਰਾਜ ਨੂੰ ਜੇ ਅਧਿਕਾਰ ਦੇ ਦਾਂਗੇ ਰਾਜ ਦੀ ਦੁਰਵਰਤੋਂ ਕਰੇਗਾ। ਮੈਂ ਬੜੀ ਵਾਰੀ ਐਗਜ਼ਾਮਪਲ ਦਿੱਤੀ ਹੈ। ਇੱਕ ਬੰਦਾ ਕਹਿੰਦਾ ਹੈ ਕਿ ਇਸਤਰੀਆਂ ਨੂੰ ਪੜ੍ਹਾਓ, ਇੱਕ ਇਸਤਰੀ ਨੂੰ ਪੜ੍ਹਾਉਣ ਨਾਲ ਸਮਾਜ ਪੜ੍ਹ ਜਾਂਦਾ ਹੈ, ਸਾਰਾ ਪਰਿਵਾਰ ਪੜ੍ਹ ਜਾਂਦਾ ਹੈ। ਦੂਸਰਾ ਬੰਦਾ ਕਹਿੰਦਾ ਨਾ, ਇਸਤਰੀਆਂ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਘਰ ਤੋਂ ਬਾਹਰ ਪੜ੍ਹਨ ਲਈ ਭੇਜਾਂਗੇ, ਕੰਮ ਖਰਾਬ ਹੋ ਜਾਏਗਾ। ਇੱਕ ਬੰਦਾ ਕਹਿੰਦਾ ਕਿ ਔਰਤਾਂ ਨੂੰ ਬਹੁਤ ਜ਼ਿਆਦਾ ਸੁਤੰਤਰਤਾ ਦਿੱਤੀ ਜਾਣੀ ਚਾਹੀਦੀ ਹੈ। ਦੂਸਰੇ ਵਿਚਾਰ ਵਾਲੇ ਕਹਿੰਦੇ ਕਿ ਨਾ, ਬਹੁਤ ਜ਼ਿਆਦਾ ਸੁਤੰਤਰਤਾ ਨਹੀਂ ਦਿੱਤੀ ਜਾਣੀ ਚਾਹੀਦੀ, ਥੋੜ੍ਹੀ ਰੋਕਾਂ ਹੋਣੀਆਂ ਚਾਹੀਦੀਆਂ। ਸੋਚਣ ਦੇ ਤਰੀਕੇ ਨੂੰ, ਦੇਖਣ ਦੇ ਨਜ਼ਰੀਏ ਨੂੰ ਵਿਚਾਰਧਾਰਾ ਕਹਿੰਦੇ ਆ। ਸੋ ਜਦੋਂ ਅਸੀਂ, ਜੇ ਤੁਸੀਂ ਮੰਨ ਲਓ ਤੁਹਾਡੇ ਸਿਲੇਬਸ ਦੇ ਵਿੱਚ ਕਿਸੇ ਵੀ ਕਲਾਸ ਦੇ ਸਿਲੇਬਸ 'ਚ ਹੋਏਗਾ ਰਾਜ ਦਾ ਏਕਾਧਿਕਾਰ, ਰਾਜ ਦਾ ਪ੍ਰਭੂਸੱਤਾ ਦੇ ਏਕਾਧਿਕਾਰ ਦਾ ਸਿਧਾਂਤ। ਏਕਾਧਿਕਾਰ ਮੈਨੇ ਉਹ ਬੰਦੇ, ਉਹ ਥਿੰਕਰਸ ਜਿਹੜੇ ਮੰਨਦੇ ਹਨ ਕਿ ਰਾਜ ਦਾ ਹੀ ਅਧਿਕਾਰ ਹੈ ਔਰ ਰਾਜ ਦਾ ਹੀ ਅਧਿਕਾਰ ਹੋਣਾ ਚਾਹੀਦਾ, ਰਾਜ ਨੂੰ ਹੀ ਸਾਰੀਆਂ ਸ਼ਕਤੀਆਂ ਦਿੱਤੀ। ਬਟ ਇਹ ਜਿਹੜੀ ਵਿਚਾਰਧਾਰਾ ਅਸੀਂ ਕਰ ਰਹੇ ਹਾਂ ਇਹ ਉਸ ਤੋਂ ਉਲਟਾ ਹੈ। ਇਹ ਕਹਿੰਦੇ ਕਿ ਰਾਜ ਨੂੰ ਖਤਮ ਨਹੀਂ ਕਰਨਾ, ਰਾਜ ਜ਼ਰੂਰੀ ਹੈ, ਰਾਜ ਦੇ ਕੰਮ ਜ਼ਰੂਰੀ ਹਨ, ਰਾਜ ਦਾ ਸਾਰਾ ਕੁਝ ਜ਼ਰੂਰੀ ਹੈ, ਪਰ ਰਾਜ ਨੂੰ ਲੋੜ ਤੋਂ ਜ਼ਿਆਦਾ ਸ਼ਕਤੀ ਜਾਂ ਕੱਲੀ ਰਾਜ ਨੂੰ ਹੀ ਸਾਰੀ ਸ਼ਕਤੀ ਦੇ ਦੇਣਾ ਗਲਤ ਹੈ। ਠੀਕ ਹੈ, ਇਹ ਵੀ ਇਹਨਾਂ ਦਾ ਵਿਚਾਰ ਹੈ। ਉਸ ਤੋਂ ਇਲਾਵਾ ਬੇਟੇ ਬਹੁਵਾਦੀ ਜਿਹੜੇ ਆ ਕਹਿੰਦੇ ਅਰਾਜਕਤਾ ਨੂੰ ਵੱਖ ਅੱਛਾ, ਉਸ ਤੋਂ ਇਲਾਵਾ ਹੈ ਕਿ ਰਾਜ ਕਾਨੂੰਨ ਦਾ ਇੱਕੋ ਇੱਕ ਸੋਮਾ ਨਹੀਂ ਹੈ। ਕਈ ਵਿਦਵਾਨ ਇਹ ਮੰਨਦੇ ਹਨ ਕਿ ਕਾਨੂੰਨ ਕੇਵਲ ਰਾਜ ਬਣਾ ਸਕਦਾ ਹੈ, ਰਾਜ ਤੋਂ ਇਲਾਵਾ ਕੋਈ ਕਾਨੂੰਨ ਹੀ ਨਹੀਂ ਬਣਾ ਸਕਦਾ। ਪਰ ਜੇ ਆਪਾਂ ਧਿਆਨ ਨਾਲ ਦੇਖੀਏ, ਰਾਜ ਦਾ ਜਦੋਂ ਜਨਮ ਨਹੀਂ ਹੋਇਆ ਸੀ, ਮਨੁੱਖ ਕਬੀਲਿਆਂ 'ਚ ਰਹਿੰਦਾ ਸੀ, ਮਨੁੱਖ ਜੰਗਲਾਂ 'ਚ ਰਹਿੰਦਾ ਸੀ, ਉਦੋਂ ਵੀ ਨਿਯਮ ਬਣਾਏ ਜਾਂਦੇ ਸੀ। ਇਸ ਕਰਕੇ ਧਰਮ ਦੇ ਵੀ ਨਿਯਮ, ਧਰਮ ਵੱਲੋਂ ਵੀ ਨਿਯਮ ਬਣਾਏ ਜਾਂਦੇ ਆ। ਮੈਨੂੰ ਲੱਗਦਾ ਹੈ ਕਿ ਅਸੀਂ ਇੰਨੀਆਂ ਸਰਕਾਰ ਦੀਆਂ ਗੱਲਾਂ ਨਹੀਂ ਮੰਨਦੇ ਜਿੰਨੀਆਂ ਆਪਣੀਆਂ ਧਰਮ ਦੇ ਬਣਾਏ ਹੋਏ ਨਿਯਮਾਂ ਨੂੰ ਅਸੀਂ ਮੰਨਦੇ ਆ ਕਿ ਨਹੀਂ ਮੰਨਦੇ? ਸਾਰੇ ਹੀ ਮੰਨਦੇ ਆ। ਇੰਨੀਆਂ ਤਾਂ ਅਸੀਂ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਜਿੰਨੇ ਅਸੀਂ ਆਪਣੇ ਵੱਡੇ ਵਡੇਰਿਆਂ ਦੇ, ਆਪਣੇ ਧਾਰਮਿਕ ਸੰਸਥਾਵਾਂ ਦੇ, ਆਪਣੇ ਧਾਰਮਿਕ ਗੁਰੂਆਂ ਦੇ, ਪੀਰਾਂ ਦੀਆਂ ਗੱਲਾਂ ਨੂੰ, ਆਪਣੇ ਵੇਦਾਂ ਨੂੰ, ਪੁਰਾਣਾਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਮੰਨ ਕੇ ਚੱਲਦੇ ਹਾਂ, ਉਨੀ ਤਾਂ ਅਸੀਂ ਸਰਕਾਰ ਦੀ ਗੱਲ ਮੰਨਦੇ ਹੀ ਨਹੀਂ। ਇਸ ਕਰਕੇ ਇਹ ਕਹਿ ਦੇਣਾ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਕੇਵਲ ਰਾਜ ਕੋਲ ਹੈ, ਇਸ ਕਰਕੇ ਰਾਜ ਬਹੁਤ ਸ੍ਰੇਸ਼ਟ ਹੈ, ਕਹਿੰਦੇ ਨਹੀਂ, ਰਾਜ ਦੇ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਹੈ, ਨੋ ਡਾਊਟ ਹੈ, ਬਟ ਰਾਜ ਤੋਂ ਇਲਾਵਾ ਬਾਕੀ ਸੰਸਥਾਵਾਂ ਵੀ ਕਾਨੂੰਨ ਬਣਾਉਂਦੀਆਂ ਹਨ ਅਤੇ ਲੋਕੀ ਉਹਨਾਂ ਕਾਨੂੰਨਾਂ ਦੀ ਪਾਲਣਾ ਵੀ ਕਰਦੇ ਹਨ। ਮੇਰਾ ਵਿਚਾਰ ਨਹੀਂ ਹੈ, ਇਹ ਬਹੁਵਾਦੀਆਂ ਦਾ ਵਿਚਾਰ ਹੈ।
ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਕੀ ਹੈ ਕਿ ਕਾਨੂੰਨਾਂ ਦੀ ਪਾਲਣਾ ਉਹਨਾਂ ਦੀ ਉਪਯੋਗਤਾ ਕਾਰਨ ਕੀਤੀ ਜਾਂਦੀ ਹੈ। ਕਈ ਕਹਿੰਦੇ ਨੇ ਕਿ ਰਾਜ ਕੋਲ ਸ਼ਕਤੀ ਹੈ, ਰਾਜ ਕਾਨੂੰਨ ਬਣਾਉਂਦਾ ਹੈ, ਰਾਜ ਜ਼ਬਰਦਸਤੀ ਲੋਕਾਂ ਤੋਂ ਕਾਨੂੰਨਾਂ ਦੀ ਪਾਲਣਾ ਕਰਵਾ ਸਕਦਾ ਹੈ, ਬਟ ਇਹ ਗਲਤ ਹੈ। ਲੋਕ ਕਾਨੂੰਨਾਂ ਦੀ ਪਾਲਣਾ ਤਾਂ ਕਰਦੇ ਹਨ ਕਿਉਂਕਿ ਕਾਨੂੰਨ ਪਾਲਣਾ ਕਰਨ ਦਾ ਤਾਂ ਉਹਨਾਂ ਲਈ ਫਾਇਦਾ ਹੈ। ਜੇਕਰ ਲੋਕਾਂ ਨੂੰ ਲੱਗੇਗਾ ਕਿ ਇਸ ਕਾਨੂੰਨ ਦਾ ਸਾਡੇ ਲਈ ਕੋਈ ਫਾਇਦਾ ਹੀ ਨਹੀਂ ਹੈ ਤਾਂ ਲੋਕ ਉਸ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰਨਗੇ। ਇਸ ਕਰਕੇ ਮੁੱਕਦੀ ਗੱਲ ਇਹ ਕਿ ਇਹ ਵਿਚਾਰਧਾਰਾ ਜੋ ਹੈ ਉਹ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਰਾਜ ਸ੍ਰੇਸ਼ਟ ਹੈ, ਰਾਜ ਵਧੀਆ ਸੰਸਥਾ ਹੈ, ਰਾਜ ਕਾਨੂੰਨ ਬਣਾਉਂਦਾ ਹੈ, ਰਾਜ ਕੋਲ ਸ਼ਕਤੀ ਹੋਣੀ ਚਾਹੀਦੀ ਹੈ, ਪਰ ਇਹ ਸ਼ਕਤੀ ਇਕੱਲੀ ਰਾਜ ਕੋਲ ਹੀ ਨਹੀਂ, ਰਾਜ ਦੇ ਅਧੀਨ ਆਉਂਦੇ ਬਾਕੀ ਸੰਘਾਂ ਸਮੁਦਾਇਆਂ ਸੰਸਥਾਵਾਂ ਕੋਲ ਵੀ ਹੋਣੀ ਚਾਹੀਦੀ ਹੈ। ਪਲੂਰਲ ਮੈਨੇ ਬਹੁਵਾਦੀ ਮੈਨੇ ਕਈ ਹੱਥਾਂ ਵਿੱਚ ਹੋਣੀ ਚਾਹੀਦੀ ਹੈ। ਇੱਕ ਚੀਜ਼ ਹੋਰ ਇਹ ਕਹਿੰਦੇ ਨੇ ਤੁਹਾਡੀ ਬੁੱਕ ਦੇ ਵਿੱਚ ਹੈ, ਪ੍ਰਭੂ ਸੱਤਾ ਦਾ ਬਾਹਰੀ ਰੂਪ ਸੀਮਤ ਹੈ। ਬਾਹਰੀ ਰੂਪ ਕੀ ਹੈ? ਪ੍ਰਭੂ ਸੱਤਾ ਮੈਂ ਤੁਹਾਨੂੰ ਦੱਸਿਆ ਸੀਗਾ 2 ਤਰ੍ਹਾਂ ਦੀ ਪ੍ਰਭੂ ਸੱਤਾ ਹੈ, ਅੰਦਰੂਨੀ ਪ੍ਰਭੂ ਸੱਤਾ, ਬਾਹਰੀ ਪ੍ਰਭੂ ਸੱਤਾ। ਬਾਹਰੀ ਪ੍ਰਭੂ ਸੱਤਾ ਕੀ ਹੈ ਕਿ ਜਦੋਂ ਵੀ ਕਿਸੇ ਰਾਜ ਕੋਲ ਪ੍ਰਭੂ ਸੱਤਾ ਜਾਂ ਸ਼ਕਤੀ ਹੁੰਦੀ ਹੈ ਤਾਂ ਉਹ ਇਕੱਲੀ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਅੱਜ ਦਾ ਸਮਾਂ ਅੰਤਰਰਾਸ਼ਟਰਵਾਦ ਦਾ ਸਮਾਂ ਹੈ। ਅੱਜ ਦੇ ਸਮੇਂ ਵਿੱਚ ਕੋਈ ਰਾਜ ਪੂਰੀ ਅੰਤਰਰਾਸ਼ਟਰੀ ਰਾਏ ਨੂੰ, ਅੰਤਰਰਾਸ਼ਟਰੀ ਲੋਕਮਤ ਨੂੰ ਅੱਖੋਂ ਓਲੇ ਕਰਕੇ ਆਪਣਾ ਕੰਮ ਨਹੀਂ ਕਰ ਸਕਦਾ। ਦੇਸ਼ ਉਹਦੀ ਨਿੰਦਾ ਕਰਨਗੇ, ਦੇਸ਼ ਉਹਦਾ ਵਿਰੋਧ ਕਰਨਗੇ, ਸੰਸਾਰ ਪੱਧਰ 'ਤੇ ਉਹਦਾ ਨਿਖੇਧੀ ਕੀਤੀ ਜਾਵੇਗੀ ਅਤੇ ਉਸ ਦੇਸ਼ ਦੇ ਨਾਲ ਬਾਈਕਾਟ ਕਰ ਦਿੱਤੀ ਜਾਂਦੀ ਹੈ। ਉਸ ਦੇਸ਼ ਦੇ ਨਾਲ ਮਿਲਣਾ ਵਰਤਣਾ ਵੀ ਬੰਦ ਕਰ ਸਕਦੀ ਹੈ ਸੰਸਾਰ ਦੇ ਦੇਸ਼ਾਂ ਵੱਲੋਂ। ਇਸ ਕਰਕੇ ਅੰਤਰਰਾਸ਼ਟਰੀ ਕਾਨੂੰਨ ਵੀ ਹਨ, ਅੰਤਰਰਾਸ਼ਟਰੀ ਸੰਸਥਾਵਾਂ ਵੀ ਹਨ, ਅੰਤਰਰਾਸ਼ਟਰੀ ਨਿਯਮ ਵੀ ਹਨ। ਉਹ ਨਿਯਮ ਵੀ ਰਾਜ ਉਹਨਾਂ ਨਿਯਮਾਂ ਨੂੰ ਮੰਨਣ ਲਈ ਪਾਬੰਦ ਹੈ। ਇਸ ਕਰਕੇ ਇਹ ਮੰਨਦੇ ਹਨ ਕਿ ਪ੍ਰਭੂ ਸੱਤਾ ਦੇ ਬਾਹਰੀ ਰੂਪ ਨੂੰ ਜੇ ਅਸੀਂ ਦੇਖੀਏ ਤਾਂ ਉਹ ਵੀ ਇੱਕ ਰਾਜ ਨੂੰ ਪੂਰੀ ਸ਼ਕਤੀ ਦੇਣ ਦੇ ਹੱਕ ਵਿੱਚ ਨਹੀਂ ਹਨ। ਇਸੇ ਤਰੀਕੇ ਦੇ ਨਾਲ ਕੀ ਹੈ ਕਿ ਪ੍ਰਭੂ ਸੱਤਾ ਰਾਜ ਦੇ ਅੰਦਰੂਨੀ ਸਰੂਪ ਤੱਕ ਸੀਮਤ ਹੈ। ਅੰਦਰੂਨੀ ਸਰੂਪ ਦਾ ਮਤਲਬ ਹੈਗਾ ਕਿ ਰਾਜ ਕਾਨੂੰਨ ਦੁਆਰਾ, ਇਕੱਲੇ ਕਾਨੂੰਨ ਜਿਹੜੇ ਹਨ ਉਹ ਰਾਜ ਦੁਆਰਾ ਨਹੀਂ ਬਣਾਏ ਜਾਂਦੇ। ਮੈਂ ਤੁਹਾਨੂੰ ਦੱਸ ਬੈਠੀ ਹਾਂ, ਬਾਕੀ ਸੰਸਥਾਵਾਂ ਵੀ ਕਾਨੂੰਨ ਬਣਾਉਂਦੀਆਂ ਹਨ। ਰਾਜ ਤੋਂ ਪਹਿਲਾਂ ਵੀ ਕਾਨੂੰਨ ਬਣਦੇ ਸੀਗੇ, ਪਹਿਲਾਂ ਵੀ ਨਿਯਮ ਬਣਦੇ ਸੀ। ਰਾਜ ਦੀ ਹੋਣ ਤੋਂ ਪਹਿਲਾਂ ਵੀ ਮਨੁੱਖ ਜਾਤੀ ਦਾ ਅਸਤਿਤਵ ਸੀ। ਸਿਰਫ ਰਾਜ ਦਾ ਕੰਮ ਹੈ ਕਿ ਰਾਜ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਦਾ ਹੈ, ਰਾਜ ਉਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਲਾਗੂ ਕਰਦਾ ਹੈ, ਉਹਨਾਂ ਦੀ ਰਾਖੀ ਕਰਦਾ ਹੈ। ਮਨੁੱਖ ਦੀ ਅੰਦਰੂਨੀ ਰਾਖੀ, ਅੰਦਰੂਨੀ ਤੌਰ 'ਤੇ ਉੱਤੇ ਮਨੁੱਖ ਜਾਤੀ ਦੀ ਰਾਖੀ ਕਰਨੀ ਜਾਂ ਬਾਹਰੇ ਹਮਲਿਆਂ ਤੋਂ ਰਾਖੀ ਕਰਨੀ, ਇਹ ਰਾਜ ਦਾ ਕੰਮ ਹੈ। ਇਸ ਕਰਕੇ ਰਾਜ ਨੂੰ ਇੰਨੇ ਹੀ ਅਧਿਕਾਰ ਅਤੇ ਜਿਸ ਨੂੰ ਕਹਿ ਸਕਦੇ ਹਾਂ ਸੀਮਤ ਖੇਤਰ ਦਿੱਤਾ ਜਾਣਾ ਚਾਹੀਦਾ। ਇਸ ਤੋਂ ਜ਼ਿਆਦਾ ਸੀਮਤ ਖੇਤਰ ਨਹੀਂ ਦਿੱਤਾ ਜਾਣਾ ਚਾਹੀਦਾ। ਠੀਕ ਹੈ ਜੀ। ਅੱਗੇ ਤੁਹਾਡੇ ਆ ਗਿਆ ਬੇਟੇ ਪ੍ਰਭੂ ਸੱਤਾ ਦੇ ਸਿਧਾਂਤ ਦੀ, ਬਹੁਵਾਦੀ ਸਿਧਾਂਤ ਦੀ ਆਲੋਚਨਾ। ਹੁਣ ਬਹੁਵਾਦੀਆਂ ਨੇ ਆਪਣਾ ਸਿਧਾਂਤ ਦੇ ਦਿੱਤਾ। ਮੈਂ ਸਾਰਾ ਸਿਧਾਂਤ ਤੁਹਾਨੂੰ ਸਿੰਪਲ ਸ਼ਬਦਾਂ 'ਚ ਦੱਸਦਾ ਹੈ, ਫੇਰ ਰਿਪੀਟ ਕਰ ਰਹੀ ਹਾਂ ਕਿਉਂਕਿ ਮੈਨੂੰ ਆਦਤ ਹੈ, ਮੈਂ ਬਾਰ-ਬਾਰ ਬੱਚਿਆਂ ਨੂੰ ਇੱਕੋ ਚੀਜ਼ ਰਿਪੀਟ ਕਰਦੀ ਹਾਂ ਵੀ ਕਿਤੇ ਮੇਰੇ ਬੱਚੇ ਭੁੱਲ ਨਾ ਜਾਣ। 2 ਤਰ੍ਹਾਂ ਦੇ ਵਿਚਾਰ ਹੈ ਰਾਜ ਦੀ ਪ੍ਰਭੂ ਸੱਤਾ ਨੂੰ, ਰਾਜ ਦੀ ਸ਼ਕਤੀ ਨੂੰ ਲੈ ਕੇ 2 ਤਰ੍ਹਾਂ ਦੇ ਵਿਚਾਰਧਾਰਾ ਨੇ। ਇੱਕ ਕਹਿੰਦੇ ਨੇ ਕਿ ਇਕੱਲਾ ਰਾਜ ਦਾ ਅਧਿਕਾਰ ਹੈ, ਰਾਜ ਦਾ ਏਕਾਧਿਕਾਰ ਹੈ, ਇਕੱਲੇ ਰਾਜ ਦੇ ਕੋਲ ਇਹ ਸ਼ਕਤੀ ਹੈ, ਸਾਰੀ ਪਾਵਰ ਰਾਜ ਕੋਲ ਹੈ, ਕੋਈ ਰਾਜ ਤੋਂ ਉੱਪਰ ਨਹੀਂ ਹੈ। ਰਾਜ ਹੀ ਇਸ ਸਾਰੀ ਪਾਵਰ ਨੂੰ ਇੰਜੋਏ ਕਰ ਸਕਦਾ ਹੈ। ਹੋਰ ਕਿਸੇ ਸੰਘ ਸਮੁਦਾਇ ਦੇ ਨਾਲ ਇਹ ਸ਼ਕਤੀ ਰਾਜ ਦੀ ਪ੍ਰਭੂ ਸੱਤਾ ਵੰਡੀ ਹੋਈ ਨਹੀਂ ਹੈ। ਪਰ ਜਿਹੜਾ ਲੈਸਨ ਅਸੀਂ ਕਰ ਰਹੇ ਹਾਂ ਉਹ ਇਹ ਮੰਨਦੇ ਹਨ ਕਿ ਨਹੀਂ, ਰਾਜ ਭਾਵੇਂ ਸ੍ਰੇਸ਼ਟ ਹੈ, ਰਾਜ ਤਾਂ ਹੋਣਾ ਜ਼ਰੂਰੀ ਹੈ, ਰਾਜ ਭਾਵੇਂ ਕਾਨੂੰਨ ਬਣਾਉਂਦਾ ਹੈ, ਭਾਵੇਂ ਕਾਨੂੰਨਾਂ ਦੀ ਰੱਖਿਆ ਕਰਦਾ ਹੈ, ਪਰ ਰਾਜ ਤੋਂ ਇਲਾਵਾ ਵੀ ਬਾਕੀ ਸੰਘ ਸਮੁਦਾਇ ਹਨ ਜਿਨ੍ਹਾਂ ਨਾਲ ਮਨੁੱਖ ਜੁੜਿਆ ਹੋਇਆ ਹੈ, ਚਾਹੇ ਉਹ ਧਾਰਮਿਕ ਹੋਣ, ਚਾਹੇ ਆਰਥਿਕ ਹੋਣ, ਚਾਹੇ ਸੱਭਿਆਚਾਰਕ ਹੋਣ, ਚਾਹੇ ਹਿੱਤ ਸਮੂਹ ਹੋਣ, ਦਬਾਅ ਸਮੂਹ ਹੋਣ, ਮਨੁੱਖਾਂ ਦੇ ਹੋਣ, ਪਿੰਡਾਂ ਦੇ ਹੋਣ, ਸ਼ਹਿਰਾਂ ਦੇ ਹੋਣ। ਅਜਿਹੇ ਸਮੁਦਾਇ ਵੀ ਰਾਜ ਦੇ ਅਧੀਨ ਹੀ ਕੰਮ ਕਰਦੇ ਹਨ, ਪਰ ਉਹਨਾਂ ਕੋਲ ਉਹਨਾਂ ਦੀਆਂ ਗੱਲਾਂ ਵੀ ਮਨੁੱਖ ਮੰਨਦਾ ਹੈ, ਉਹਨਾਂ ਕੋਲ ਵੀ ਸ਼ਕਤੀ ਹੈ। ਇਸ ਕਰਕੇ ਸ਼ਕਤੀ ਉੱਤੇ ਇਕੱਲਾ ਪ੍ਰਭੂ ਸੱਤਾ ਉੱਤੇ ਇਕੱਲਾ ਰਾਜ ਦਾ ਅਧਿਕਾਰ ਨਹੀਂ ਹੈ, ਬਲਕਿ ਬਾਕੀ ਸੰਸਥਾਵਾਂ ਦਾ ਵੀ ਅਧਿਕਾਰ ਮੰਨਿਆ ਜਾਣਾ ਚਾਹੀਦਾ ਹੈ। ਬਾਕੀ ਬੇਟੇ ਪ੍ਰਭੂ ਸੱਤਾ ਦੇ ਇਸ ਸਿਧਾਂਤ ਦੀ ਆਲੋਚਨਾ ਦੇ ਵਿੱਚ ਹੁਣ ਦੇਖੋ, ਇੱਕ ਗੱਲ ਮੈਂ ਕਹਿਤੀ, ਤੁਸੀਂ ਆਲੋਚਨਾ ਕਰਤੀ, ਜਿਹੜਾ ਵਿਚਾਰ ਤੁਸੀਂ ਦੇਤਾ ਮੈਂ ਆਲੋਚਨਾ ਕਰਤੀ। ਆਲੋਚਨਾ ਨੂੰ ਡਰਨਾ ਨਹੀਂ, ਆਲੋਚਨਾ ਮੈਨੇ ਇਹਦੇ 'ਚ ਕਮੀਆਂ ਕੀ ਹੈ। ਪਹਿਲੀ ਗੱਲ ਕਹਿੰਦਾ ਕਿ ਜੇ ਅਸੀਂ ਇਸ ਵਿਚਾਰਧਾਰਾ ਨੂੰ ਮੰਨ ਲਈਏ ਤਾਂ ਪਹਿਲਾਂ ਤਾਂ ਅਸੀਂ ਇਹ ਮੰਨਦੇ ਸੀ ਵੀ ਇਕੱਲਾ ਰਾਜ ਮਨੁੱਖ 'ਤੇ ਅਧਿਕਾਰ ਜਮਾਏਗਾ, ਫਿਰ ਇਹਦਾ ਮਤਲਬ ਕਹਿੰਦੇ ਕਈ ਸਮੁਦਾਇ ਮਨੁੱਖ 'ਤੇ ਅਧਿਕਾਰ ਜਮਾਉਣਗੀਆਂ। ਫਿਰ ਅੱਗੇ ਤਾਂ ਪਹਿਲਾਂ ਅਸੀਂ ਇਹ ਮੰਨਦੇ ਸੀਗੇ ਮਨੁੱਖ ਇਕੱਲਾ ਰਾਜ ਦੇ ਅਧੀਨ ਹੈ। ਫਿਰ ਜੇ ਇਸ ਗੱਲ ਨੂੰ ਮੰਨ ਲਈਏ ਇਹਨਾਂ ਦੇ ਵਿਚਾਰਾਂ ਨੂੰ, ਇਹਦਾ ਮਤਲਬ ਕੀ ਹੈ ਕਿ ਰਾਜ ਤੋਂ ਇਲਾਵਾ ਹੋਰ ਵੀ ਕਾਫੀ ਸਮੁਦਾਇ ਨੇ ਜਿਹੜੇ ਸਾਡੇ 'ਤੇ ਆਰਡਰ ਚਲਾ ਸਕਦੇ ਨੇ।
ਜਿਨ੍ਹਾਂ ਦੇ ਮਨੁੱਖ ਅਧੀਨ ਹੈ। ਫਿਰ ਤਾਂ ਕਹਿੰਦੇ ਮਨੁੱਖ ਕਈਆਂ ਦੇ ਅਧੀਨ ਹੋ ਗਿਆ, ਇਸ ਕਰਕੇ ਇਸ ਨੂੰ ਨਹੀਂ ਮੰਨਿਆ ਜਾ ਸਕਦਾ। ਦੂਜੀ ਗੱਲ ਕਹਿੰਦਾ ਰਾਜ ਦੇ ਕੰਮਾਂ ਬਾਰੇ ਇਹ ਬੜਾ ਸੌੜਾ ਵਿਚਾਰ ਰੱਖਦੇ ਹਨ, ਕਿਉਂਕਿ ਬਹੁਵਾਦੀ ਵਿਚਾਰਧਾਰਾ ਵਾਲੇ ਮੰਨਦੇ ਹਨ ਕਿ ਰਾਜ ਦੇ ਕਾਨੂੰਨਾਂ ਦੀ ਰੱਖਿਆ ਕਰਨੀ, ਦੇਸ਼ ਦੀ ਰਾਖੀ ਕਰਨੀ, ਅੰਦਰੂਨੀ ਅਤੇ ਬਾਹਰੀ ਤੌਰ 'ਤੇ ਸੀਮਤ ਜੇ ਕੰਮ ਰਾਜ ਨੂੰ ਕਰਨੇ ਚਾਹੀਦੇ ਹਨ, ਜਦੋਂ ਕਿ ਕਲਿਆਣਕਾਰੀ ਜਾਂ ਰਾਜ ਦੇ ਜਿਹੜੇ ਅਸਲੀ ਬੰਦੇ ਨੇ ਜੋ ਰਾਜ ਦੇ ਰੂਪ ਨੂੰ ਵਧੀਆ ਮੰਨਦੇ ਹਨ, ਉਹ ਇਹ ਮੰਨਦੇ ਹਨ ਕਿ ਰਾਜ ਸੁਪਰੀਮ ਹੈ ਅਤੇ ਰਾਜ ਦੇ ਕੰਮ ਅਜਿਹੇ ਨੇ ਜਿਹੜਾ ਕਿ ਕੋਈ ਹੋਰ ਨਹੀਂ ਕਰ ਸਕਦਾ। ਠੀਕ ਹੈ ਜੀ। ਬਾਕੀ ਕਹਿੰਦਾ ਕਾਨੂੰਨ ਰਾਜ ਦੀ ਸ਼ਕਤੀ ਤੋਂ ਸੁਤੰਤਰ ਨਹੀਂ ਹਨ। ਜਿਵੇਂ ਬਹੁਵਾਦੀਆਂ ਨੇ ਕਿਹਾ ਕਿ ਕਾਨੂੰਨ ਤਾਂ ਬਾਕੀ ਸੰਸਥਾਵਾਂ ਵੀ ਬਣਾਉਂਦੀਆਂ ਹਨ, ਲੋਕ ਉਹਨਾਂ ਕਾਨੂੰਨਾਂ ਨੂੰ ਮੰਨਦੇ ਵੀ ਹਨ, ਪਰ ਜਿਹੜੇ ਬਹੁਵਾਦੀ ਵਿਚਾਰਧਾਰਾ ਵਾਲੇ ਨੇ ਇਹਨਾਂ ਨੇ ਰਾਜ ਨੂੰ ਬਹੁਤ ਐਮਫੈਸਿਸ ਨਹੀਂ ਦਿੱਤਾ। ਸੋ ਇਹ ਵੀ ਕਿਤੇ ਨਾ ਕਿਤੇ ਰਾਜ ਦੇ ਸੰਬੰਧੀ ਕਾਨੂੰਨਾਂ ਦੇ ਬਾਰੇ 'ਚ ਉਹਨਾਂ ਦੀ ਗਲਤਫਹਿਮੀ ਅਸੀਂ ਕਹਿ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਇਲਾਵਾ ਬਹੁਤ ਸਾਰੇ ਸੰਘ ਬੁਰੇ ਉਦੇਸ਼ਾਂ ਲਈ ਬਣ ਜਾਣਗੇ। ਕਹਿੰਦੇ ਜੇ ਅਸੀਂ ਇੱਦਾਂ ਹੀ ਬਾਕੀ ਦੇ ਸੰਘਾਂ ਨੂੰ, ਸਮੁਦਾਵਾਂ ਨੂੰ ਅਸੀਂ ਸ਼ਕਤੀ ਦੇਣ ਲੱਗ ਗਏ, ਫਿਰ ਕਹਿੰਦੇ ਹੋ ਸਕਦਾ ਸਮਾਜ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਬੁਰੇ ਸੰਘ ਬਣ ਜਾਣ ਜਿਹੜੇ ਕਿ ਮਨੁੱਖ ਨੂੰ ਨੁਕਸਾਨ ਪਹੁੰਚਾਉਣ। ਇਸ ਕਰਕੇ ਇਹ ਮੰਨਦੇ ਹਨ, ਆਲੋਚਕ ਇਹ ਮੰਨਦੇ ਹਨ ਕਿ ਸਾਰੀ ਪਾਵਰ ਕਿਹਨੂੰ ਦਿੱਤੀ ਜਾਣੀ ਚਾਹੀਦੀ ਹੈ, ਕੇਵਲ ਰਾਜ ਨੂੰ ਦਿੱਤੀ ਜਾਣੀ ਚਾਹੀਦੀ ਹੈ। ਬੱਚੇ ਆਲੋਚਨਾ ਦੇ ਵਿੱਚ ਯਾਦ ਰੱਖਿਓ, ਜਿਹੜਾ ਅਸੀਂ ਵਿਚਾਰ ਦੇਵਾਂਗੇ ਉਹ ਉਹਦੇ ਤੋਂ ਉਲਟ ਜਿਹੜੇ ਸੋਚਦੇ ਹੋਣਗੇ ਉਹ ਆਲੋਚਨਾ ਕਰਨਗੇ। ਠੀਕ ਹੈ ਜੀ। ਸੋ ਬਿਲਕੁਲ ਸਿੰਪਲ ਲੈਸਨ ਹੈ। ਮੈਨੂੰ ਨਹੀਂ ਲੱਗਦਾ ਕਿ ਕਈ ਵਿਚਾਰਕ ਇਹ ਵੀ ਮੰਨਦੇ ਹਨ ਕਿ ਜਿਹੜੇ ਬਹੁਵਾਦੀ ਹੈ ਇਹ ਅਰਾਜਕਤਾ ਨੂੰ ਜਨਮ ਦਿੰਦੇ ਹਨ। ਅਰਾਜਕਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਅਰਾਜਕਤਾ ਦਾ ਮਤਲਬ ਹੈਗਾ ਉਹ ਲੋਕ ਜਿਹੜੇ ਕਿ ਰਾਜ ਤੋਂ ਬਾਗੀ ਹਨ, ਜੋ ਰਾਜ ਦੀ ਸ਼ਕਤੀ ਨੂੰ ਨਹੀਂ ਮੰਨਦੇ। ਜੇ ਕਹਿੰਦਾ ਅਸੀਂ ਬਹੁਵਾਦੀ ਵਿਚਾਰਾਂ ਨੂੰ ਧਿਆਨ ਨਾਲ ਦੇਖੀਏ ਤਾਂ ਕਿਤੇ ਨਾ ਕਿਤੇ ਇਹ ਵੀ ਅਰਾਜਕਤਾ ਦੀ ਗੱਲ ਕਰਦੇ ਹਨ, ਬਾਗੀ ਹੋਣ ਦੀ ਗੱਲ ਕਰਦੇ ਹਨ। ਜਦੋਂ ਅਸੀਂ ਮੰਨਣਾ ਹੀ ਛੱਡਤਾ, ਜਦੋਂ ਬਹੁਵਾਦੀ ਕਹਿੰਦੇ ਕਿ ਰਾਜ ਕੋਈ ਇੰਨਾ ਸੁਪਰੀਮ ਨਹੀਂ ਹੈ, ਰਾਜ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਨੇ, ਇਕੱਲਾ ਰਾਜ ਹੀ ਕਿਉਂ, ਇਕੱਲੇ ਰਾਜ ਕੋਲ ਹੀ ਸ਼ਕਤੀ ਬਾਕੀਆਂ ਕੋਲ ਵੀ ਹੋਣੀ ਚਾਹੀਦੀ ਹੈ, ਵੰਡ ਦਿਓ ਸ਼ਕਤੀ। ਇਟ ਮੀਨਸ ਕਿ ਅਸੀਂ ਰਾਜ ਦੀ ਹੋਂਦ ਨੂੰ ਸੁਪਰੀਮ, ਸਭ ਤੋਂ ਉੱਤਮ ਨਹੀਂ ਮੰਨਦੇ। ਤਾਂ ਇਹ ਕੀ ਹੈ, ਕਿਤੇ ਨਾ ਕਿਤੇ ਅਰਾਜਕਤਾਵਾਦੀਆਂ ਦਾ ਵਿਚਾਰ ਹੈ। ਸੋ ਇਸੇ ਤਰੀਕੇ ਦੇ ਨਾਲ ਬੇਟੇ ਬਾਕੀ ਪ੍ਰਭੂ ਸੱਤਾ ਸੰਪੰਨ ਰਾਜ, ਬਾਹਰੀ ਹਮਲਿਆਂ ਤੋਂ ਰਾਖੀ ਕਰਨੀ ਪ੍ਰਭੂ ਸੱਤਾ ਸੰਪੰਨ ਰਾਜ ਲਈ ਜ਼ਰੂਰੀ ਹੈ। ਜਿਵੇਂ ਇਹ ਮੰਨਦੇ ਹਨ ਕਿ ਨਾ ਤਾਂ ਰਾਜ ਦੀ ਬਾਹਰੀ ਪ੍ਰਭੂਸੱਤਾ ਨੂੰ ਪੂਰੀ ਤਰ੍ਹਾਂ ਮੰਨਦੇ ਹਨ, ਨਾ ਅੰਦਰੂਨੀ ਨੂੰ ਮੰਨਦੇ ਹਨ। ਪਰ ਜੇ ਆਪਾਂ ਆਲੋਚਕ ਇਹ ਕਹਿੰਦੇ ਕਿ ਰਾਜ ਅੰਦਰੂਨੀ ਪ੍ਰਭੂਸੱਤਾ ਵੀ ਹੈ, ਰਾਜ ਕੋਲ ਬਾਹਰੀ ਵੀ ਹੈ। ਜੇ ਬਾਹਰੀ ਪ੍ਰਭੂਸੱਤਾ ਹੋਏਗੀ ਤਾਂ ਹੀ ਰਾਜ ਦੂਜੇ ਦੇਸ਼ਾਂ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੈ, ਆਪਣੇ ਫੈਸਲੇ ਨਿਰਪੱਖ ਹੋ ਕੇ, ਸੁਤੰਤਰ ਹੋ ਕੇ ਲੈ ਸਕਦਾ ਹੈ। ਸੋ ਆਲੋਚਨਾ ਨੂੰ ਤੁਸੀਂ ਇੰਨੀ ਜ਼ਿਆਦਾ ਟੈਨਸ਼ਨ ਨਹੀਂ ਲਾਉਣੀ। ਜੋ ਜੋ ਇਹ ਵਿਚਾਰਧਾਰਾ ਪੜ੍ਹ ਕੇ ਤੁਹਾਡੇ ਮਨ ਦੇ ਵਿੱਚ ਜੋ ਜੋ ਕੁਝ ਵੀ ਆਇਆ ਕਿ ਇੱਥੇ ਤਾਂ ਇਹ ਗੱਲ ਗਲਤ ਹੈ, ਇੱਥੇ ਗੱਲ ਗਲਤ ਹੈ, ਤਾਂ ਉਹ ਜੇ 5-6 ਪੁਆਇੰਟ ਤੁਸੀਂ ਆਲੋਚਨਾ ਦੇ ਲੈ ਲੈਣੇ ਹੈ। ਬਾਕੀ ਬੱਚੇ ਇਹ ਸਿਧਾਂਤ ਕਹਿੰਦੇ ਖਤਰਨਾਕ ਵੀ ਹੈ। ਅੱਛਾ, ਉਸ ਤੋਂ ਇਲਾਵਾ ਪ੍ਰਭੂ ਸੱਤਾ ਨੂੰ ਵੰਡਣਾ ਅਸੰਭਵ ਹੈ। ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਪ੍ਰਭੂ ਸੱਤਾ ਇੱਕ ਐਸੀ ਚੀਜ਼ ਹੈ, ਸ਼ਕਤੀ ਇੱਕ ਐਸੀ ਚੀਜ਼ ਹੈ ਜਿਸ ਨੂੰ ਵੰਡਿਆ ਨਹੀਂ ਜਾ ਸਕਦਾ। ਠੀਕ ਹੈ, ਜੇ ਵੰਡ ਦਾਂਗੇ ਤਾਂ ਸ਼ਕਤੀ ਸਮਝੋ ਖਤਮ ਹੋ ਗਈ। ਇਸ ਕਰਕੇ ਪ੍ਰਭੂ ਸੱਤਾ ਜਾਂ ਸ਼ਕਤੀ ਕੇਵਲ ਇੱਕ ਸੰਸਥਾ ਕੋਲ ਹੋਣੀ ਚਾਹੀਦੀ ਹੈ ਤੇ ਉਹ ਕਹਿੰਦੇ ਰਾਜ ਕੋਲ ਹੈ। ਤਾਂ ਕਿਤੇ ਨਾ ਕਿਤੇ ਬਾਕੀ ਵਿਦਵਾਨਾਂ ਨੂੰ ਇਹ ਲੱਗਿਆ ਜੋ ਇਹਦੇ ਉਲਟ ਨੇ ਕਿ ਇਹ ਰਾਜ ਦੀ ਸ਼ਕਤੀ ਨੂੰ ਘਟਾਉਂਦੇ ਹਨ, ਰਾਜ ਨੂੰ ਵੀਕ ਸ਼ੋਅ ਕਰ ਰਹੇ ਹੈ, ਰਾਜ ਨੂੰ ਇੱਕ ਸੌਖੀ ਸੰਸਥਾ ਸ਼ੋਅ ਕਰ ਰਹੇ ਹੈ, ਰਾਜ ਦੀ ਸ਼ਕਤੀ ਨੂੰ ਘਟਾ ਰਹੇ ਹੈ, ਰਾਜ ਦੀ ਸੁਪਰਮੇਸੀ ਨੂੰ ਘਟਾ ਰਹੇ ਹੈ। ਸੋ ਜਿਹੜੇ ਵਿਚਾਰਕ ਇਹ ਮੰਨਦੇ ਹਨ ਉਹ ਇਸ ਵਿਚਾਰਧਾਰਾ ਦੀ ਆਲੋਚਨਾ ਕਰਦੇ ਹਨ। ਬਾਕੀ ਹੈ ਇਸ ਸਿਧਾਂਤ ਦਾ ਮਹੱਤਵ ਕੀ ਹੈ। ਹੁਣ ਮਹੱਤਵ, ਸਭ ਤੋਂ ਵੱਡਾ ਮਹੱਤਵ ਹੈ ਕਿ ਇਹ ਸਿਧਾਂਤ ਵਿਕੇਂਦਰੀਕਰਨ ਤੇ ਜ਼ੋਰ ਦਿੰਦਾ ਹੈ। ਵਿਕੇਂਦਰੀਕਰਨ ਭਾਵ ਸ਼ਕਤੀਆਂ ਦੀ ਵੰਡ ਦੇ ਉੱਤੇ ਜ਼ੋਰ ਦਿੰਦਾ ਹੈ। ਔਰ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸ਼ਕਤੀਆਂ ਵੰਡੀਆਂ ਹੋਣਗੀਆਂ ਤਾਂ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਹੁੰਦੀ। ਅਕਸਰ ਜਦੋਂ ਸ਼ਕਤੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਹੀ ਕੋਈ ਸੰਸਥਾ ਜਾਂ ਵਿਅਕਤੀ ਦੁਰਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਇਹ ਸੰਘਾਂ ਦੀ ਮਹੱਤਤਾ ਨੂੰ ਸਵੀਕਾਰ ਕਰਦਾ ਹੈ। ਇਹ ਮੰਨਦਾ ਹੈ ਕਿ ਰਾਜ ਤੋਂ ਇਲਾਵਾ ਜਿਹੜੇ ਬਾਕੀ ਸੰਘ ਨੇ ਉਹ ਵੀ ਮਹੱਤਵਪੂਰਨ ਨੇ। ਸੋ ਉਹਨਾਂ ਦੀ ਇੰਪੋਰਟੈਂਸ ਨੂੰ ਵੀ ਇਹ ਸਿਧਾਂਤ ਮੰਨਦਾ ਹੈ। ਉਸ ਤੋਂ ਇਲਾਵਾ ਅਸੀਮਤ ਪ੍ਰਭੂ ਸੱਤਾ ਦੇ ਖਿਲਾਫ ਹੈ। ਅਸੀਮਤ ਮੈਨੇ ਇਹ ਇੱਕ ਐਸਾ ਸਿਧਾਂਤ ਹੈ ਜਿਹੜਾ ਇਹ ਮੰਨਦਾ ਹੈ ਕਿ ਰਾਜ ਨੂੰ ਅਸੀਮਤ ਪ੍ਰਭੂ ਸੱਤਾ, ਅਸੀਮਤ ਸ਼ਕਤੀ ਨਹੀਂ ਦੇਣੀ ਚਾਹੀਦੀ, ਕਿਉਂਕਿ ਜੇ ਰਾਜ ਕੋਲ ਅਸੀਮਤ ਸ਼ਕਤੀ ਹੋਏਗੀ ਤਾਂ ਰਾਜ ਆਪਣੀ ਸ਼ਕਤੀ ਦੀ ਦੁਰਵਰਤੋਂ ਕਰ ਸਕਦਾ ਹੈ ਔਰ ਕੀਤੀ ਵੀ ਹੈ। ਸੰਸਾਰ ਦੇ ਵਿੱਚ ਅਨੇਕਾਂ ਐਗਜ਼ਾਮਪਲਸ ਇਸ ਤਰ੍ਹਾਂ ਦੀਆਂ ਮਿਲ ਜਾਂਦੀਆਂ ਜਦੋਂ ਰਾਜ ਕੋਲ ਸ਼ਕਤੀ ਆਈ, ਸਰਕਾਰਾਂ ਕੋਲ ਸ਼ਕਤੀ ਆਈ ਔਰ ਉਹਨਾਂ ਨੇ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕੀਤੀ। ਸੋ ਔਨ ਦਾ ਹੋਲ ਇਹ ਸਿਧਾਂਤ ਹੁਣ ਤੁਹਾਨੂੰ, ਮੈਨੂੰ ਲੱਗਦਾ ਹੈ ਕਿ ਇਹ ਸਿਧਾਂਤ ਸਮਝ ਆ ਗਿਆ ਹੋਵੇਗਾ। ਇਟ ਇਜ਼ ਵੈਰੀ ਈਜ਼ੀ, ਵੈਰੀ 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 ਈਜ਼ੀ। ਸਿਰਫ ਇੱਕ ਚੀਜ਼ ਸਮਝ ਲੈਣੀ ਹੈ
ਕਿ ਇਹ ਸਿਧਾਂਤ ਵਾਲੇ ਇਹ ਕਹਿੰਦੇ ਹਨ ਕਿ ਰਾਜ ਦੀ ਸ਼ਕਤੀ ਕੱਲੀ ਰਾਜ ਕੋਲ ਹੀ ਸ਼ਕਤੀ ਨਹੀਂ ਹੈ, ਪ੍ਰਭੂਸੱਤਾ ਨਹੀਂ ਹੈ। ਇਹ ਸ਼ਕਤੀ ਵੰਡੀ ਹੋਈ ਹੈ। ਬਾਕੀ ਸੰਘਾਂ ਅਤੇ ਸਮੁਦਾਇਆਂ ਵਿੱਚ ਰਾਜ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਰਾਜ ਤੋਂ ਇਲਾਵਾ ਜੋ ਬਾਕੀ ਸੰਸਥਾਵਾਂ ਨੇ, ਬਾਕੀ ਸੰਘ ਨੇ, ਬਾਕੀ ਸਮੁਦਾਇ ਨੇ, ਉਹਨਾਂ ਦਾ ਵੀ ਸ਼ਕਤੀ ਉੱਤੇ ਅਧਿਕਾਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਮਨੁੱਖ ਇਕੱਲਾ ਰਾਜ ਲਈ ਪਾਬੰਦ ਨਹੀਂ ਹੈ। ਮਨੁੱਖ ਕਾਫੀ ਸੰਘਾਂ ਸਮੁਦਾਇਆਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਹ ਸਭ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹਨ। ਉਹ ਸਭ ਮਨੁੱਖ ਦੇ ਵਿਕਾਸ ਲਈ ਜ਼ਰੂਰੀ ਹਨ। ਇਸ ਕਰਕੇ ਇਕੱਲਾ ਰਾਜ ਹੀ ਨਹੀਂ ਬਲਕਿ ਸਾਰਿਆਂ ਦੇ ਵਿੱਚ ਸ਼ਕਤੀ ਅਤੇ ਜੋ ਸੁਪਰਮੇਸੀ ਹੈ, ਜੋ ਪ੍ਰਭੂਸੱਤਾ ਇਹ ਵੰਡੀ ਹੋਈ ਹੋਣੀ ਚਾਹੀਦੀ ਹੈ। ਆਈ ਥਿੰਕ ਇਹ ਲੈਸਨ ਤੁਹਾਨੂੰ ਸਮਝ ਆ ਗਿਆ ਹੋਏਗਾ। ਨੋਟਸ ਤੁਸੀਂ ਆਪ ਬਣਾਉਣੇ ਆ ਬੱਚੇ। ਇੱਕ ਵਾਰੀ ਤੁਹਾਨੂੰ ਲੈਸਨ ਦਾ ਬੇਸ ਮੈਂ ਸਮਝਾ ਦਿੰਦੀ ਹਾਂ। ਬੇਸ ਸਮਝਣ ਤੋਂ ਬਾਅਦ ਜਦੋਂ ਤੁਸੀਂ ਬੁੱਕ ਦੇ ਵਿੱਚੋਂ ਉਸ ਲੈਸਨ ਨੂੰ 2-2 3-3 4-4 ਵਾਰ ਪੜ੍ਹਦੇ ਹੋ ਤਾਂ ਤੁਹਾਨੂੰ ਆਪੇ ਪੁਆਇੰਟ ਮੈਨੂੰ ਲੱਗਦਾ ਕਲੀਅਰ ਹੁੰਦੇ ਜਾਣਗੇ। ਜਿੰਨਾ ਗੁੜ ਪਾਈ ਜਾਓਗੇ ਓਨਾ ਮਿੱਠਾ ਹੋਏਗਾ। ਸੋ ਤੁਹਾਡੀ ਬੜੀ ਡਿਮਾਂਡ ਦੇ ਉੱਤੇ ਮੈਂ ਇਹ ਲੈਕਚਰ ਦੇਤਾ। ਕੋਸ਼ਿਸ਼ ਕਰਾਂਗੀ ਜਲਦੀ ਇਹਨੂੰ YouTube ਦੇ ਉੱਤੇ ਤੁਹਾਡੇ ਨਾਲ ਸ਼ੇਅਰ ਕਰਾਂ। ਅਤੇ ਫਿਰ ਵੀ ਮੈਂ ਇਹ ਕਹਾਂਗੀ ਕਿ ਜਦੋਂ ਮੇਰੇ ਕੋਲ ਟਾਈਮ ਹੋਏਗਾ, ਜੇ ਤੁਸੀਂ ਮੈਨੂੰ ਦੱਸਿਆ ਹੋਏਗਾ ਤਾਂ ਮੈਂ ਤੁਹਾਡਾ ਕੋਈ ਲੈਸਨ ਪਾ ਸਕਦੀ ਹਾਂ। ਅਤੇ ਇਹ ਲੈਸਨ ਸਮਝਾਉਣ ਵਿੱਚ ਮੈਂ ਤੁਹਾਨੂੰ ਕਿਸ ਹੱਦ ਤੱਕ ਸਫਲ ਹੋਈ ਮੈਨੂੰ ਜ਼ਰੂਰ ਫੋਨ ਕਰਕੇ ਦੱਸਣਾ। ਕਿਸੇ ਵੀ ਗਲਤੀ ਲਈ ਬੜੀ ਮਾफ़ੀ ਚਾਹੁੰਦੀ ਹਾਂ ਬੱਚੇ। ਅਤੇ ਬਹੁਤ ਪਿਆਰ, ਬਹੁਤ ਪੜ੍ਹੋ, ਬਹੁਤ ਤਰੱਕੀ ਕਰੋ। ਪਰਮਾਤਮਾ ਤੁਹਾਡੇ ਨਾਲ ਰਹੇ। ਥੈਂਕ ਯੂ ਵੈਰੀ ਮੱਚ।